ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪਵਿੱਤਰ ਧਰਤੀ, ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਚਰਨ ਛੋਹ ਪਵਿੱਤਰ ਧਰਤੀ ਤੇ ਬੈਠ ਕੇ ਇਕੱਤਰ ਹੋਈ ਸਾਧ ਸੰਗਤ ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਨੂੰ ਮਨਾਉਣ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਦੇ ਪਾਸੋਂ ਰੋਜ਼ ਤੋਂ ਅਖੰਡ ਪਾਠ ਪ੍ਰਾਰੰਭ ਕੀਤੇ ਸਨ। ਉਪਰੰਤ ਭੋਗ ਪਾਏ ਗਏ ਨੇ। ਜੋ ਪੁਰਾਤਨ ਮਰਜ਼ਾਦਾ ਸੀ ਮਹਾਂਪੁਰਖਾਂ ਦੀ, ਉਸ ਦੇ ਅਨੁਸਾਰ ਭੋਗ ਪਾਏ ਗਏ ਨੇ। ਥੋੜ੍ਹੇ ਸਮੇਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਜੋ ਗਿਆਨ ਜੀਵਾਂ ਦੇ ਕਲਿਆਣ ਕਰ ਵਾਸਤੇ, ਜੋ ਜੀਵਾਂ ਨੂੰ ਭਵ ਸਾਗਰ ਤੋਂ ਪਾਰ ਕਰਨ ਵਾਸਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਜਿਤਨੇ ਇੱਕ ਮਤਬੁੱਧੀ ਮਹਾਂਪੁਰਸ਼ਾਂ ਨੇ ਬਖਸ਼ਿਸ਼ ਕੀਤੀ ਹੈ, ਉਸ ਮਤਬੁੱਧੀ ਦੇ ਅਨੁਸਾਰ ਆਪ ਸੰਗਤ ਨਾਲ ਵਿਚਾਰ ਕੀਤੀ ਜਾਵੇਗੀ। ਤਿੰਨ ਚੀਜ਼ਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਲਿਖ ਕੇ ਬਾਅਦ ਵਿੱਚ ਇੱਕ ਬਚਨ, ਬੜਾ ਪਵਿੱਤਰ ਬਚਨ ਲਿਖਿਆ ਹੈ। ਜਿਹੜੇ ਗੁਰਮੁਖ ਪੜ੍ਹ ਲੈਂਦੇ ਨੇ ਜਾਂ ਇਸ ਬਾਣੀ ਦੀ ਵਿਚਾਰ ਕਰਦੇ ਸੁਣਦੇ ਨੇ, ਉਸ ਜ਼ਰੂਰ ਉਸ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ ਉਹ ਗੁਰਮੁਖ ਬਾਣੀ ਦੀ ਵਿਚਾਰ ਸਰਵਣ ਕਰਦੇ ਹਨ, ਜਿਨ੍ਹਾਂ ਵਿੱਚ ਗੁਣ ਹੋਇਆ ਕਰਦੇ ਹਨ। ਧਰਤੀ ਚੰਗੀ ਹੋਵੇ ਅਤੇ ਬੀਜ ਉਹਦੇ ਵਿੱਚ ਪਾ ਦਈਏ, ਪ੍ਰਫੁੱਲਤ ਹੋ ਜਾਂਦਾ। ਜੇ ਧਰਤੀ ਵਿੱਚ ਨੁਕਸ ਹੋਵੇ, ਧਰਤੀ ਕਲਰ ਵਾਲੀ ਹੋਵੇ, ਕਲਰ ਖੇਤ ਬੀਜੇ ਨੇ ਜੰਮੇ ਸਭ ਲਾਹਾ ਮੂਲ ਗਮਾਏਂਦਾ। ਧਰਤੀ ਰੇਤਲੀ ਹੋਵੇ ਜਾਂ ਕਲਰਾਠੀ ਹੋਵੇ, ਜਾਂ ਧਰਤੀ ਵਿੱਚ ਕਦੀ ਪਾਣੀ ਸੁੱਕਦਾ ਨਾ ਹੋਵੇ, ਖੜ੍ਹਾ ਰਹਿੰਦਾ ਹੋਵੇ, ਇਹ ਧਰਤੀ ਵਿੱਚ ਔਗਣ ਹੋਇਆ ਕਰਦੇ ਹਨ। ਧਰਤੀ ਵਿੱਚ ਉਹ ਗੁਣ ਹੋਣ ਜੋ ਬੀਜ ਨੂੰ ਸੰਭਾਲ ਕੇ ਬੀਜ ਨੂੰ ਪ੍ਰਫੁੱਲਿਤ ਕਰਨ ਦੀ ਸ਼ਕਤੀ ਹੋਵੇ। ਉਹ ਧਰਤੀ ਬੀਜ ਨੂੰ, ਮਨੁੱਖ ਨੂੰ ਲਾਹਾ ਹੁੰਦਾ ਹੈ, ਮੂਲ ਵੀ ਪ੍ਰਾਪਤ ਹੁੰਦਾ ਹੈ, ਵਿਆਜ ਵੀ ਪ੍ਰਾਪਤ ਹੁੰਦਾ ਹੈ। ਮਨੁੱਖ ਵਿੱਚ ਗੁਣ ਹੋਣੇ ਚਾਹੀਦੇ ਹਨ। ਜਿਹੜਾ ਮਨੁੱਖ ਗੁਰੂ ਦੇ ਗਿਆਨ ਨੂੰ ਸਾਂਭ ਸਕਦਾ ਹੋਵੇ, ਉਸ ਦੀ ਵਿਚਾਰ ਨੂੰ ਸਮਝਦਾ ਹੋਵੇ, ਵਿਚਾਰ ਨੂੰ ਸਮਝ ਕੇ ਆਪਣੇ ਹਿਰਦੇ 'ਤੇ ਧਾਰਨ ਕਰਨ ਦਾ ਸਮਰੱਥਾ ਰੱਖਦਾ ਹੋਵੇ। ਉਹ ਗੁਣ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨੇ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੋਂ ਬਾਅਦ ਇੱਕ ਬਚਨ ਲਿਖਿਆ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਜਿਹੜੇ ਪੁਰਖ ਜੀਵਨ ਦੇ ਵਿੱਚ ਝੂਠ ਨਹੀਂ ਬੋਲਦੇ, ਸੱਚ ਦੇ ਨਾਲ ਜੁੜਦੇ ਹਨ, ਉਹ ਪੁਰਖ ਸੰਤੋਖੀ ਹੁੰਦੇ ਹਨ। ਜਿਹੜੇ ਮਨੁੱਖ ਝੂਠ ਬੋਲਦੇ ਹਨ, ਲੋਭੀ ਹੁੰਦੇ ਹਨ। ਲੋਭੀ ਮਨੁੱਖ ਕਿਸੇ ਦਾ ਸਕਾ ਨਹੀਂ ਹੁੰਦਾ ਔਰ ਉਹ ਝੂਠ ਦਾ ਆਸਰਾ ਲੈਂਦਾ ਹੈ। ਜਿਹੜਾ ਸੰਤੋਖੀ ਪੁਰਖ ਹੈ ਉਹ ਝੂਠ ਦਾ ਆਸਰਾ ਨਹੀਂ ਲੈਂਦਾ, ਪਰਮੇਸ਼ਰ ਦਾ ਆਸਰਾ ਲੈਂਦਾ ਹੈ। ਇਹ ਦੋ ਗੁਣ ਵੱਡੇ ਨੇ। ਜਿਸ ਮਨੁੱਖ ਦੇ ਅੰਦਰ ਦੋ ਗੁਣ ਹੋਣ, ਉਹਦੇ ਅੰਦਰ ਵਿਚਾਰ, ਚੰਗੇ ਮੰਦੇ ਵਿਚਾਰ ਦੀ ਤੋਲਣਾ ਕਰਨ ਦੀ ਸਮਰੱਥਾ ਹੁੰਦੀ ਹੈ। ਇਹ ਗੁਣ ਮੇਰੇ ਗ੍ਰਹਿਣ ਕਰਨ ਯੋਗ ਹੈ, ਇਹ ਔਗਣ ਮੈਨੂੰ ਛੱਡਣ ਯੋਗ ਹੈ। ਨਹੀਂ ਤਾਂ ਬਹੁਤ ਦੁਨੀਆ ਕਥਾ ਸੁਣਦੇ ਵੀ ਹਨ, ਬੜੀ ਦੁਨੀਆ ਗੁਰਦੁਆਰਿਆਂ ਵਿੱਚ ਸੇਵਾ ਭਾਵਨਾ ਜਾਂ ਹੋਰ ਕਈ ਢੰਗ ਤਰੀਕਿਆਂ ਨਾਲ ਗੁਰੂ ਦੇ ਦਰਬਾਰਿਆਂ 'ਤੇ ਤੁਹਾਨੂੰ ਬਹੁਤ ਸੇਵਾਦਾਰ ਨਜ਼ਰ ਹੀ ਪੈਂਦੇ ਹੋਣਗੇ, ਪਰ ਉਹਨਾਂ ਦੇ ਵਿੱਚ ਕੁਛ ਨਾ ਕੁਛ ਭਾਵਨਾ ਟਿਕੀਆਂ ਹੁੰਦੀਆਂ ਹਨ। ਅੰਦਰ ਕੋਈ ਨਾ ਕੋਈ ਭਾਵਨਾ, ਜਿੰਨਾ ਚਿਰ ਹੈ ਗੁਰੂ ਨਾਲ ਪ੍ਰੇਮ ਨਹੀਂ ਹੈ। ਗੁਰੂ ਦੀ ਵਿਚਾਰ ਅੰਦਰ ਟਿਕਣੀ ਪਹਿਲਾਂ ਤਾਂ ਦੋ ਗੁਣ ਵੱਡੇ ਹੋਣੇ ਚਾਹੀਦੇ ਆ। ਅਗਰ ਮਨੁੱਖ ਦੇ ਅੰਦਰ ਕੋਈ ਭਾਵਨਾ ਹੈ, ਸੰਸਾਰਕ ਭਾਵਨਾ ਤਾਂ ਇੱਕ ਪਾਸੇ, ਸਭ ਤੋਂ ਵੱਡਾ ਗੁਣ
सब तो बड़ा सुख संसार विच बैकुंठ का लिखिया है गुरु अर्जन देव महाराज ने। सर्ब बैकुंठ मुक्त मुख पाए, एक निमख हर के गुण गाए। एक निमख हरि परमेश्वर निरंकार दे, कोई बिना कामना तो ਉਹਦੇ ਗੁਣਾਂ ਨੂੰ ਗਾਵੇ। अगर कामना है अंदर तो ਉਹਦਾ ਜਿਹੜਾ गुण है ਉਹਦਾ फल है प्राप्त नहीं ਹੁੰਦਾ। सतगुरु जी ने बाणी ਵਿੱਚ बचन बड़े सुंदर लिखे हैं। कर्म धर्म पाखंड जो दिसै, तिन जम जागाती लुटै। धर्म के कारज करते बड़े दुसदे होणगे ਤੁਹਾਨੂੰ लोग, ਉਹਨਾਂ ਦੇ अंदर कोई भावना होर छिपी ਹੁੰਦੀ है। ਉਹਨਾਂ ਦੇ अंदर केवल प्रभु का प्यार नहीं है। बहुत सारे राग विद्या जानते ने, केवल धन की प्राप्ति वास्ते है। कोई गुरु की विचार सुनाते ने कथावाचक, केवल अंदर भावना कोई होर छुपी हुई है। वो भावना अंदर उन्होंने निष्कामता नहीं है। उन्होंने अंदर ताही वो दूजियां ते असर नहीं करता, क्योंकि उन्होंने अंदर वो गुण नहीं है जिहड़ा दूजियां दे अंदर वो बख्शिश करके जिहड़ा कीर्तन किया है उन्होंने अंदर बस जावे। ताही सतगुरु जी ने कहा तिन जम जागाती लुटे। उन्होंने पुरुषों को जागदियां नूं जम लुट के लै जाता है। निर्वाण कीर्तन गावो करते का, निमक सिमरत जित छूटै। निर्वाण हुंदा कोई कामना ना होवे, कोई इच्छा भावना ना होवे, केवल प्रेम दे नाल ही प्रभु के गुणां नूं गाइए। कोई अंदर भावना ना होवे। बड़े बड़े गुरसिख भुल गए, गुरसिख भुल जाते हैं। गुरमुखो भुल जाना संसार दे विच कुदरती गल है, माया का प्रभाव है। ये माया भरम भुलेखा पा के जीव नूं भुला दिंदी है। महापुरुषों के चरणों में रह के भी बड़े बड़े गुरसिख भुल गए। साहब गुरु नानक देव महाराज तो रहंदे हुए सिख 10वें पातशाह जी गुरु गोबिंद सिंह साहब तक गुरुआं ने बख्शे। बहुत सारे सिख अपनियां गलतियां करके रह गए। सतगुरु नानक देव महाराज जदों अपना पंज भौतिक शरीर अलोप करन लगे, उस वेले सारे गुरसिखां नूं सद्दिया। गुरसिखां नूं सद के पुछया, भाई अपने अपने मन की भावना दस दिओ। कल नूं ये ना कहो असीं गुरु नानक की संगत कीती है, असीं खाली रह गए, सानूं कुछ मिलिया नहीं है। जिन्हां जिन्हां ने गुरु नानक के दर ते शरधा नाल मत्था टेकिया, खाली नहीं कोई गया। शरधा भावना जीव के अंदर होनी चाहिए है। गुरु बख्शिशां करदा है, सिख के अंदर लैण की समर्था चाहिए है। कहण लगे, भाई अपनी अपनी भावना दसो। असीं संसार विचों शरीर अलोप करना है। अपने कोई ये ना कल नूं कहो असीं गुरु नानक की संगत कीती, खाली रह गए। सारिਆਂ ਨੂੰ पुछदे पुछदे अखीर ਵਿੱਚ जी नेड़े ਦਾ सिख भाई सधारण, जिहड़ा गुरु नानक साहब जी दे उस वेले शरीर अलोप करन वेले भी कोल ही सी। भाई सधारण की बारी आई। भाई सधारण नूं साहब कहण लगे, भाई तू भी मंग ला कुछ। भाई सधारण कहण लग्या, महाराज मेरा कुड़म आगरे जेल में फसिया होया छुट जावे। सतगुरु जी कहण लगे, कुछ होर मंग ला। कहण लगा, महाराज मेरी ही मंग है, मेरा कुड़म आगरे जेल में फसिया होया छुट जावे। सतगुरु जी कहते वो भी छुट जाऊगा, कुछ होर मंग ला। नहीं महाराज मेरी यही भावना है। जदों सतगुरु शरीर अलोप कर गए, अपना शरीर छड्ड गए, बाबा श्री चंद जी महाराज ने आके चरणों 'च बेनती की, प्रेम नाल अखां विच पानी भर के, महाराज सच्चे पातशाह असीं भुलेखे विच रह गए। सानूं पता हुंदा तुहाडे नाल बचन 4 घड़ियां बैठ के साडे नाल बचन कर लैंदे। साहब उठ के फिर बैठ गए। सधारण ने धा मारी, पातशाह मैं खाली रह गया। सतगुरु उठ के पुछण लगे, भाई तुसीं तां 4 घड़ियां मंगियां, जे 4 युग मंग लैंदे तुहाडे कोल ही रहना सी। सधारण नूं पुछया, तूं उस वेले कहंदा सी मेरा कुड़म आगरे जेल विच फसिया होया। भाई बड़े बड़े गुरसिख फेल हो जाते हैं, जिन्हां अंदर गुण नहीं है, 2 गुण नहीं, सच नहीं बोलते। सच झूठ उन्ना चाहे हासे भाणे बोलीए, चाहे झूठ जान बुझ के बोलीए, झूठ उन्ना ही असर करता है। जहर नूं जान बुझ के खा लो, जहर नूं हासे पाने खा लो, जहर असर कर दिंदी है। अग नूं हासे पाने हत्थ पा दिओ अग विच, जां जान बुझ के पा दिओ, अग दा सुभाव है उन्हें साड़ देना है। इस तरह भाई सुभाव है इसे चीज़ का, जिद्दां झूठ है, झूठ ने अपना असर करना है। जे गुरसिखां ने गुरबाणी अंदर वासा करना है, किसी की भावना है, ਉਹਦੇ अंदर भाई भावना प्रेम वाली होनी चाहिए है।
जब लग मन बैकुंठ की आस, तब लग मन नहीं चरण निवास। जे बैकुंठ के सुखां की इच्छा भी अंदर बनी है, तां भी परमेश्वर के चरनां नाल प्यार नहीं है। तां सतगुरु जी ने कहा, भाई निर्वाण कीर्तन गावो करते का, निमक सिमरत जित छूटे। फिर अगे बचन करके रब के प्यारिਆਂ ਨੂੰ ਜਿਹੜੇ प्रेम वालियां सुरूहां ਹਨ, ਉਹਨਾਂ ਨੂੰ पंचम पातशाह फिर बचन करके कहते, संतो सागर पार उतरीए, जे को बचन कमावे संतन का, सो गुर प्रसादी तरीए। वो सन जथेदार बाबा संता सिंह, उन्होंने इस वचन ਨੂੰ कमाया। सारा जीवन संतां ਦਾ वचन मन के पाकिस्तान दे विच बाबा जी के दसण मुताबक, पाकिस्तान विच उस वेले जदों मार काट हुई है सन 47 ਦੇ ਵਿੱਚ, बड़ी दुनिया की घट वढ़ हुई है। बहुत दुनिया मारी गई, मुसलमान भी मारे गए, सिख भी मारे गए। बाबा संता सिंह जी उम्र उस वेले तकरीबन 20 साल की सी। मुसलमानों का घेरा पै गया। बचन का कोई बचन का कोई हिसाब किताब ना रहा। उन्होंने कहा, हुण मेरी मौत है, हुण ये हमला रोकना नहीं मुसलमानों का। मुसलमानों के घेरे में आ गए। अरदास की हुई गुरसिख की, बाबा संता सिंह जी ने अरदास की साहब गुरु गोबिंद सिंह साहब महाराज के चरणों में, महाराज जे तुसीं मैनूं बचा दिओ, मैं सारी जिंदगी तुहाडे चरणों की सेवा करूँगा। उतों ऐसा समा बनया, वो जिहड़ा घेरा सी वो दूजे पासे नूं बदल गया। बाबा संता सिंह जी गुरु गोबिंद सिंह साहब जी ने उतों बचा के लियाते। महान युग पुरुष जिन्होंने दुनिया के महापुरुष साधु महात्मा ने ब्रह्म ज्ञानी अवस्था वाले जानिया है, संत बाबा ज्वाला सिंह जी हरखो वालिए करीमपुर चाह वाला, उत्थे बैठे हुए सन। उत्थे बाबा संता सिंह जी उम्र 20 साल की है, आके मत्था टेकिया। ब्रह्म अवस्था वाले जानते हैं कौन है, कित्थों आया, किन्ने जन्म साडे नाल होए है। उस वेले बाबा संता सिंह जी ने मत्था टेकिया, कहन लगे सिंघा आ गया। कहन लगे महाराज आ गया जी। कहते चल फिर आनंदपुर साहब सेवा कर। सारा जीवन उन्होंने बचन मुताबक सेवा की है। यह गुरु गोबिंद सिंह साहब जी महाराज की पवित्र धरती, यह जिहड़ी रागी बाग वाली जमीन है, ये सारी जिस वेले सन 1936 दे विच द्वारा केसगढ़ साहब की उसारी हुई है। उस वेले संत महाराज जी हरखो वालिए ये अपने रसना तो बचन उन्होंने सुनाया सी। कहन लगे भाई सन 1936 विच कहना छोटा जिहा स्थान सी, बाबा हरी सिंह जी कहारपुर वाले वो आके उत्थों बूटी वढ़ के होर वगैरह जो बूटियां उगियां हुंदियां सन, जगह की साफ सफाई करके होले महल्ले नूं होला महल्ला लाया करते सन। उहदे तो बाद सिख कौम के बड़े बड़े महापुरुष अवस्था वाले पुरख, होर सिख कौम दीयां हस्तियां, गुरु नाल प्यार रखण वाले शरीर सारियां ने बैठ के भाई गुरमता कीता। एक पवित्र स्थान साहब गुरु गोबिंद सिंह साहब का तख्त है, इस नूं बनाया जाए। सन 1936 विच इत्थे तंबू लाए गए। तंबूआं दे विच श्रोमणी कमेटी के मैंबर भी इकट्ठे होए, क्योंकि 1920 में श्रोमणी कमेटी बनी सी, जिन्हें दवाबे दे माझे मालवे दे बड़े बड़े अवस्था वाले महापुरख सारे इकट्ठे हुए। सारे इकट्ठे होकर गुरमता करना सी। उस वेले नक्शा पास ना होवे, संत महाराज जी बचन अपनी रसना तो सुणाते सन। कहते नक्शा पास ना होवे, जिहड़ा एक गल करे दूजा उहनूं गलत कर देवे, जिहड़ा दूजा कहे उहनूं तीजा गलत कर देवे। नक्शा जदों सही ना बैठे तो संत महाराज जी अपनी रसना तो बचन सुना के कहन लगे, भाई एक पटियाला शाही पग बनी हुई, कोट पैंट पाया होया, सारियां तो 1 फुट उच्चा नौजवान उस तंबूआं दे विचों ही प्रगट होया और आके इंजीनियर बन के आया और आके नक्शे में जिथे जिथे कमी सी वो कमी नूं दूर किया। उहदा जिथे जिहड़ी भी कमी वो गल दसदा सी, सारियां नूं चंगी लगदी सी। जिन्हां जिन्हां दीयां ड्यूटियां लाइयां कोई मुकर नहीं सकिया कि मैं ये काम करना नहीं है, सारियां दीयां ड्यूटियां लग गईयां। संत बाबा हरी सिंह जी कहारपुर वालियां दी ड्यूटी लाई कि तुसीं इस स्थान की सेवा कराउणी है। संत महाराज जी हरखो वालियां दी ड्यूटी लाई कि साडी जमीन है, इनू आबाद कर दिओ। ये उस वेले बंजर पई सी, इत्थे बाबा संता सिंह जी नूं छन बना के दित्ती। कहण लगे जदों नक्शा पास हो गया, सारियां ड्यूटियां लग गईयां। ड्यूटियां लगण तो बाद कहंदे साडा भाई
संत महाराज जी का छोटा भाई बाबू दया सिंह बबर लहर में 5.5 साल कैद कट्टी है। अकाली पत्रिका अखबार उन्होंने घरों चली सी। उस वेले अकाली पत्रिका अखबार के एडिटर सन बाबा जी के छोटे भरा बाबू दया सिंह। कहते मेरे नाल वो भी बैठा सी, कहते साडा भरा भी बैठा सी, कहते असी बैठे सी मोहर नूं मूँह करके। कहते सारिਆਂ ਨੂੰ ਕਿਸੇ ਨੂੰ पता नहीं सी ये ਜਿਹੜਾ पटियाला शाही पग बन्नी है कोट पैंट पाया कौन है। साधु कहते सी कोई श्रोमणी कमेटी वाले इंजीनियर लैके आए है, श्रोमणी कमेटी वाले कहते सी कोई साधु इंजीनियर लैके आए है। कहते सानू पता सी 10वें पातशाह गुरु गोबिंद सिंह साहब महाराज आप आए है, भेस बदल के आए है। उन्होंने सारा नक्शा अपनी देख रेख में सारा बनाया और ड्यूटियां लाइया। कहन लगे मेरे मन में आई अपने छोटे भरा नूं दर्शन करा दीए। जिसले पता होवे फिर दर्शन कुछ होर ढंग ना हुंदे है, जिसले पता ना होवे फिर होर भावना हुंदी है। कहन लगे मेरे मन में आई भी अपने छोटे भरा नूं दर्शन करा दीए। कहंदे मैं हथ चक के बदया सिंह दे गोडे ते रखण लग्या, हले मेरे मन में आई हले रखिया नहीं है। साहब पिछे नूं मुड़ के गुरु गोबिंद सिंह साहब महाराज पिछे नूं माड़ा जिहा अपना गर्दन मरोड़ के कहण लगे हुण भरा दी मदद करन लगे हाँ। कहंदे मैं फिर चुप कर गया। उहदे तो बाद वो विचे ही तंबूआं च प्रगट होए सी, विचे अलोप हो गए, किसी नूं पता नहीं लग्या किधर नूं चले गए। बाद विच कहंदे असीं अपने भाई नूं दस्सिया, कहण लगे वो 10वें पातशाह गुरु गोबिंद सिंह साहब महाराज आप सन। उहदे तो बाद जदों इस रागी बाग की जमीन आबाद करन वास्ते बाबा सांता सिंह की ड्यूटी लाई। कहण लगे पुत ये गुरु गोबिंद सिंह साहब की जमीन है, साड़ी उन्होंने ड्यूटी लाई है आबाद करने की, इस जमीन ते कब्जा नहीं करना। जे कब्जा करना तो घर जाके अपनी जमीन ते कर, गुरु की जमीन ते कब्जा नहीं करना। उही बचन नूं संभाल के बाबा सांता सिंह जी सारा जीवन प्रसादा नहीं पकाया इत्थे। जो सब्जी तैयार की वो सारी सब्जी केसगढ़ साहब छड्ड के आंदी, आनंदगढ़ साहब छड्ड के आंदी, उत्थों प्रसादा लैके आउणा। प्रसादा कई बार लै आउणा, जिन्ने बंदे हुणे लै आउणा, कई बार बंदे वध जाने, फिर प्रसादा घट जाना, फिर गन्ने चूप के गुजारा करना। सारी दिहाड़ी सेवा करके फिर गन्ने चूप चाप के गुजारा करना। एक दिन संत महाराज जी देख के कहन लगे गन्ने किने चूपे आ। कहन लगे महाराज प्रसादा घट जाता जी, फिर दूर हुंदा बाट, फिर लियाउण दी समर्था नहीं है इत्थे, फिर गन्ने चूप के गुजारा कर लीदा। इस तरह सारा जीवन गुजारिया। जदों कमेटी ने कहा जमीन, कहन लगे पुत जदों तैनूं कोई फड़ के तोड़ दूगा चले जाई। कहन लगे मैनू हाले तक किसी ने तोड़िया नहीं है, उत्थे ही बैठे रहे। उन्हां दा वचन मन के इहनूं कहंदे संतो सागर पार उतरीए। गुरु अर्जन देव महाराज कहंदे जे सागर नूं संसार नूं तरना है इको एक तरीका है, जे को वचन कमावे संतन का सो गुर प्रसादी तरीए। किसी महापुरख के वचन नूं पल्ले बन लेना। 70 साल उन्हां महापुरुषां दा वचन मन के उस ही सन विच बैठे रहे और उन्हां दी ड्यूटी नूं निभाउंदे रहे। उन्हां दे साध संगत जी सारा जीवन सेवा नूं समर्पित कीता। जिहड़ा वचन जिहड़ी अरदास गुरु गोबिंद सिंह साहब के चरनां विच कीती सी, वो अरदास फिर संत महाराज जी हरखो वालियां ने फड़ी। जिहड़े महापुरुष अरदास फड़ लैंदा, धंत बाबा जग्गा सिंह जी साडे हरखो वाल बहुत चिर श्री मानी की ड्यूटी की सारा जीवन सवासां तक। एक बार हजूर साहब नूं चले सन, तो हजूर साहब नूं चले झोले विच कपड़े पाए हुए। कहण लगे महाराज आग्या बख्शो मैं हजूर साहब नूं चलिया। कहण लगे काका की करन जाना हजूर साहब। कहण लगे 10वें पातशाह जी के दर्शन करन जाना। कहण लगे महाराज मंजे ते बैठे सन, कहंदे अखां मीट खोल दे, कहंदे अखां सामने गुरु गोबिंद सिंह साहब बैठे आ। मत्था टेकिया, कहण लगे जा पुत इट्टां शहर देखिया। कहंदे इट्टां तीर्थां ते भी इदां दियां ही आ। कहंदे नाम की महिमा है, किसी महापुरुष ने नाम जपिया है उस तीर्थ की महिमा है पुत। कहंदे तीर्थां ते जे कानून अनुसार महापुरुषों के दसे मुताबिक तीर्थां ते जाइए तां लाभ है, नहीं तो पुत सेवा करो। उन्होंने वचन में एक बाबा ठाकर जी उन्होंने साध संगत 12 साल उन्होंने हरखोवाल सेवा की है। उन्होंने प्रण कर लिया सी मैं गुरु गोबिंद सिंह साहब के दर्शनों तो बिना मैं प्रसादा नहीं सकना। और 3 महीने घूमते रहे। एक दिन उन्होंने परिवार के बंदे आए सी, उन्होंने सानू बचन सुनाया। हुण भी वो बरसी मनाउंदे आ ठाकुर जी की।
ਸੁਲਤਾਨਪੁਰ ਦੇ ਕੋਲ ਨੇੜੇ ਢੰਡੋਵਾਲ ਪਿੰਡ ਹੈ ਉਹਨਾਂ ਦਾ। 3 ਮਹੀਨੇ ਬਿਨਾਂ ਪ੍ਰਸ਼ਾਦਾ ਛਕੇ ਤੋਂ ਘੁੰਮਦੇ ਰਹੇ। ਪਾਣੀ ਪੀ ਲੈਣਾ, ਪ੍ਰਸ਼ਾਦਾ ਨਹੀਂ ਛਕਣਾ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਣਗੇ ਤਾਂ ਪ੍ਰਸ਼ਾਦਾ ਛਕਣਾ, ਨਹੀਂ ਮੈਂ ਛਕਣਾ ਨਹੀਂ ਹੈ। ਉਹਨਾਂ ਨੂੰ ਮੇਲਾ ਹੋਇਆ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਦਾ। ਕਹਿਣ ਲੱਗੇ ਕੀ ਗੱਲ ਪ੍ਰਸ਼ਾਦਾ ਨਹੀਂ ਛਕਦਾ? ਇੱਦਾਂ ਖੜੇ ਖੜੇ ਬਚਨ ਹੋਇਆ। ਕਹਿਣ ਲੱਗੇ ਮਹਾਰਾਜ ਮੈਂ ਪ੍ਰਣ ਕੀਤਾ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ। ਕਹਿਣ ਲੱਗੇ ਅੱਖਾਂ ਮੀਟ, ਅੱਖਾਂ ਖੋਲ੍ਹ ਦੇ। ਜਦ ਸਾਹਮਣੇ ਅੱਖਾਂ ਖੋਲੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਬਣ ਕੇ ਬਾਬਾ ਜਵਾਲਾ ਸਿੰਘ ਖੜੇ ਹੈ, ਪੈਰਾਂ 'ਤੇ ਡਿੱਗ ਪਏ। 12 ਸਾਲ ਲੱਕੜੀਆਂ ਦੀ ਸੇਵਾ ਹਰਖੋਵਾਲ ਕੀਤੀ। ਉਹਨਾਂ ਦੇ ਬਚਨ ਮੰਨ ਕੇ ਬਾਬਾ ਪ੍ਰੇਮ ਸਿੰਘ ਜੀ ਇਸੇ ਪਵਿੱਤਰ ਅਸਥਾਨ 'ਤੇ 12 ਸਾਲ ਕੇਸਗੜ੍ਹ ਸਾਹਿਬ ਲੱਕੜੀਆਂ ਦੀ ਸੇਵਾ ਕੀਤੀ। ਸੰਤ ਮਹਾਰਾਜ ਆਪਣੀ ਰਸਨਾ ਤੋਂ ਬਚਨ ਕਰਿਆ ਕਰਦੇ ਸਨ, ਭਾਈ ਇੰਨੀ ਪਵਿੱਤਰ ਧਰਤੀ ਹੈ। ਵਸ਼ਿਸ਼ਟ ਜੀ ਵਰਗੇ, ਵਿਸ਼ਵਾਮਿੱਤਰ ਵਰਗੇ ਇਸ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਉਹਨਾਂ ਨੇ ਤਪੱਸਿਆ ਕੀਤੀ ਹੈ। ਜਿੱਥੇ ਮਾਤਾ ਜੀਤੋ ਜੀ ਦਾ ਸਥਾਨ ਹੈ ਉੱਥੇ ਵਸ਼ਿਸ਼ਟ ਜੀ ਦਾ ਘਰ ਸੀ। ਜਿੱਥੇ ਕੇਸਗੜ੍ਹ ਸਾਹਿਬ ਹੈ ਉੱਥੇ ਵਸ਼ਿਸ਼ਟ ਜੀ ਨੇ ਤਪੱਸਿਆ ਕੀਤੀ ਹੈ। ਸੰਤ ਮਹਾਰਾਜ ਕਹਿੰਦੇ ਸੀ ਉਧਰ 12 ਸਾਲ ਸੇਵਾ ਕਰ ਲਵੇ, ਅਨੰਦਪੁਰ ਸਾਹਿਬ ਰੁੱਖੀ ਮਿੱਸੀ ਖਾ ਕੇ 1 ਸਾਲ ਸੇਵਾ ਕਰ ਲਵੇ, ਇੱਕ ਬਰਾਬਰ ਹੈ। ਜੇ ਕਿਸੇ ਨੇ ਪਦਾਰਥ ਛਕਣੇ ਤੇ ਹਰਖੋਵਾਲ ਚਲੇ ਜਾਵੇ, ਸਾਰੀ ਦੁਨੀਆ ਦਾ ਪਦਾਰਥ ਹਰਖੋਵਾਲ ਪਹੁੰਚ ਜਾਊਗਾ। ਭਾਈ ਇਹ ਤਾਂ ਆਪਣੇ ਮਨ ਦੀ ਭਾਵਨਾ ਹੈ। 12 ਸਾਲ ਬਾਬਾ ਪ੍ਰੇਮ ਸਿੰਘ ਜੀ ਨੇ ਸੇਵਾ ਕੀਤੀ ਹੈ। ਔਰ ਵਚਨ ਕਰ ਦੇਣਾ, ਕਈ ਵਾਰੀ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਸੰਗਤ ਕੀਤੀ। ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲਿਆਂ ਦੇ ਸੇਵਕ ਸਨ, ਬੇਦੀ ਸਨ, ਬੜੇ ਕਮਾਈ ਵਾਲੇ ਸਨ। ਤਾਂ ਇਹ ਵੀ ਮਹਾਂਪੁਰਸ਼ ਵੇ ਸੱਚਾ ਬਚਨ ਕਰ ਦੇਣਾ। ਕਮੇਟੀ ਵਾਲਿਆਂ ਨੇ ਕਈ ਵਾਰ ਪ੍ਰਸ਼ਾਦਾ ਬੰਦ ਕਰ ਦੇਣਾ। ਉੱਥੇ ਸੇਵਾ ਕਰਦਿਆਂ ਕਰਦਿਆਂ ਸੱਚਾ ਬਚਨ ਕਰ ਦੇਣਾ। ਲੰਗਰ ਵਿੱਚੋਂ ਪ੍ਰਸ਼ਾਦੇ ਵਾਲਿਆਂ ਨੇ ਪ੍ਰਸ਼ਾਦਾ ਰੋਕ ਦੇਣਾ। ਬਾਬਾ ਜੀ ਨੇ, ਬਾਬਾ ਪ੍ਰੇਮ ਸਿੰਘ ਜੀ ਨੇ ਵੀ ਸਾਰਾ ਜੀਵਨ ਜਦੋਂ ਹੋਲੇ ਮਹੱਲੇ ਨੂੰ ਲੋਕਾਂ ਦੇ ਜੂਠੇ ਪ੍ਰਸ਼ਾਦੇ ਜਿਹੜੇ ਸੁੱਟੇ ਹੋਏ ਲੰਗਰਾਂ 'ਚੋਂ ਚੱਕ ਚੱਕ ਕੇ ਉਹ ਇਕੱਠੇ ਕਰ ਕਰਕੇ ਸੁਕਾ ਲੈਣੇ। ਇਕੱਠੇ ਕਰਕੇ ਸੁਕਾ ਕੇ ਧੁੱਪ ਵਿੱਚ ਫਿਰ ਉਹਨਾਂ ਨੂੰ ਧੋ ਲੈਣਾ, ਫਿਰ ਸੁਕਾ ਲੈਣੇ, ਫਿਰ ਕੁੱਟ ਕੇ ਉਹਦਾ ਚੂਰਾ ਜਿਹਾ ਬਣਾ ਕੇ ਲੱਸੀ ਨਾਲ ਪੀ ਲੈਣਾ। ਰੋਟੀ ਪ੍ਰਸ਼ਾਦਾ ਨਹੀਂ ਫਿਰ ਛਕਣਾ। ਸੰਤ ਮਹਾਰਾਜ ਜੀ ਇੱਕ ਵਾਰ ਕਿਲ੍ਹਾ ਆਨੰਦਗੜ੍ਹ ਆਏ ਹੋਏ ਸਨ। ਕਹਿਣ ਲੱਗੇ ਗੱਜਣ ਸਿਆਂ, ਪ੍ਰੇਮ ਸਿਆਂ ਪ੍ਰਸ਼ਾਦਾ ਲਿਆਓ ਛਕੀਏ। ਉਹਨਾਂ ਨੇ ਉਹੀ ਚੂਰਾ ਪੂਰਾ ਲਿਆ ਕੇ ਇੱਕ ਬਾਟੀ ਵਿੱਚ ਲੱਸੀ, ਇੱਕ ਬਾਟੀ ਵਿੱਚ ਉਹ ਰੱਖ ਦਿੱਤਾ। ਕਹਿਣ ਲੱਗੇ ਕੀ ਗੱਲ ਪ੍ਰਸ਼ਾਦਾ ਨਹੀਂ ਛਕਦੇ? ਕਹਿਣ ਲੱਗੇ ਜੋ ਤੂੰ ਭੇਜਦਾ ਉਹੀ ਛਕਦੇ ਆ। ਕਹਿਣ ਲੱਗੇ ਕੀ ਗੱਲ ਉੱਥੋਂ ਲੰਗਰ 'ਚੋਂ ਪ੍ਰਸ਼ਾਦਾ ਨਹੀਂ ਲਿਆਉਂਦੇ? ਕਹਿੰਦੇ ਜੋ ਤੂੰ ਭੇਜਦਾ ਉਹੀ ਛਕਦੇ ਆ। ਫਿਰ ਕਹਿਣ ਲੱਗੇ ਚਲੋ ਆਪਣਾ ਗੁਰਦੁਆਰਾ ਬਣਾਓ। ਇਹ ਪਵਿੱਤਰ ਅਸਥਾਨ ਦੀ ਆਪ ਅਸਥਾਨ ਦੀ ਨੀਂਹ ਪੱਥਰ ਰੱਖਿਆ। ਬਾਬਾ ਸੰਤਾ ਸਿੰਘ ਜੀ ਨੇ ਆਪਣੇ ਪਿੰਡ ਦੀ ਜ਼ਮੀਨ ਵੇਚ ਕੇ ਇਹ ਅਸਥਾਨ ਨੂੰ ਬਣਾਇਆ। ਸਾਰਾ ਜੀਵਨ ਆਪਣੇ ਜੀਵ ਮਹਾਂਪੁਰਸ਼ਾਂ ਦੇ ਸੇਵਾ ਵਿੱਚ ਸਾਰਾ ਜੀਵਨ ਬਤੀਤ ਕਰ ਦਿੱਤਾ। ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ ਅੱਜ ਤੁਸੀਂ ਬੈਠੇ ਹੋ ਗੁਰਮੁਖੋ। ਜੋ ਹੁਕਮਨਾਮੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹੈ, ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰਨੀ ਹੈ। ਠੀਕ ਹੈ, ਵਿਚਾਰ ਉਹਨਾਂ ਪੁਰਖਾਂ ਦੇ ਅੰਦਰ ਟਿਕਦੀ ਹੈ ਜਿਹੜੇ ਸੱਚ ਦੇ ਨਾਲ ਜੁੜੇ ਹੈ, ਜਿਹੜੇ ਸੱਚ ਬੋਲਦੇ, ਝੂਠ ਨਹੀਂ ਕਦੀ ਬੋਲਦੇ। ਉਹ ਗੁਰਬਾਣੀ ਦੀ ਵਿਚਾਰ ਨੂੰ ਅੰਦਰ ਉਹਨਾਂ ਦੇ ਚੰਗੇ ਮੰਦੇ ਵਿਚਾਰਾਂ ਦੀ ਵਿਚਾਰ ਚੱਲਦੀ ਹੈ, ਕਿਹੜਾ ਮੇਰਾ ਕਰਨੇ ਯੋਗ ਕਿਹੜਾ ਨਹੀਂ। ਜਿਹੜਾ ਝੂਠ ਬੋਲਦਾ ਉਹ ਇਹ ਸੁਣ ਕੇ ਵਿਚਾਰ ਨਹੀਂ ਕਰਦਾ, ਸੁਣ ਕੇ ਚਲੇ ਜਾਂਦੇ ਆ, ਕਥਾ ਸੁਣੀ ਜਾਂਦੇ ਆ, ਕੀਰਤਨ ਸੁਣੀ ਜਾਂਦੇ ਆ। ਅੰਦਰ ਜਿਹੜੀ ਉਹ ਧਰਤੀ ਉਪਜਾਊ ਨਹੀਂ ਹੈ, ਧਰਤੀ ਵਿੱਚ ਨੁਕਸ ਹੈ। ਉਹ ਨੁਕਸ ਹੈ, ਝੂਠ ਬੋਲਦਾ, ਝੂਠ ਵਾਲੀ ਜਗ੍ਹਾ 'ਤੇ ਉਹ ਬੀਜ ਜੰਮਣਾ ਨਹੀਂ ਹੈ, ਗੁਰਬਾਣੀ ਦਾ ਬੀਜ ਜੰਮਣਾ ਨਹੀਂ ਹੈ। ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਜਿਹੜਾ ਗੁਰਮੁਖ ਵਿਚਾਰ ਜਿਹਦੇ ਅੰਦਰ ਚੱਲ ਪਈ ਉਹਦੇ ਅੰਦਰ ਨਾਮ ਟਿਕਣ ਲੱਗ ਜਾਂਦਾ। ਨਹੀਂ, ਨਾਮ ਟਿਕਦਾ ਨਹੀਂ ਆ। ਚੌਥੀ ਜਗ੍ਹਾ 'ਤੇ ਨਾਮ ਦੱਸਿਆ, ਸੱਚ ਸਭਨਾ ਕਾ ਖਸਮ ਹੈ। ਸਭ ਤੋਂ ਪਹਿਲਾਂ ਸੱਚ ਦੱਸਿਆ ਗੁਰਬਾਣੀ ਵਿੱਚ, ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਪ੍ਰੇਮ ਕਰਦਾ ਭਾਈ ਝੂਠ ਨਾ ਬੋਲੇ ਕਦੀ। ਜਿਹੜਾ ਕਹਿੰਦਾ ਮੈਂ ਤਰੱਕੀ ਕਰਨੀ ਹੈ, ਸਾਰੀ ਜ਼ਿੰਦਗੀ ਗੁਰਦੁਆਰਿਆਂ ਸੇਵਾ ਕਰਦਿਆਂ ਬਤੀਤ ਹੋ ਜਾਂਦੀ ਹੈ, ਪਰ ਆਪਣਾ ਜੀਵਨ ਨਹੀਂ ਬਦਲਦੇ, ਉਹਨੂੰ ਆਪਣੇ ਕਾਨੂੰਨ ਨੂੰ ਬਦਲਦੇ ਨਹੀਂ ਆ। ਜਿਹੜਾ ਕਹਿੰਦਾ ਮੇਰੇ ਅੰਦਰ ਨਾਮ ਦਾ ਵਾਸਾ ਹੋ ਜਾਵੇ, ਉਹ ਪਹਿਲਾਂ ਗੁਣ ਧਾਰਨ ਕਰੇ, ਝੂਠ ਨਾ ਬੋਲੇ। ਸਤ ਸੰਤੋਖ, ਸੰਤੋਖੀ ਹੁੰਦਾ ਕਿਸੇ ਦਾ ਹੱਕ ਨਾ ਖਾਵੇ। ਗੁਰਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਹੱਕ ਪਰਾਇਆ ਨਾਨਕਾ ਉਹ ਸੂਰਸ ਗਾਏ। ਇਹ ਪਿੱਛੇ ਜਿਹੀ ਗੱਲ ਚੱਲੀ ਸੀ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਕਿੱਥੇ ਲਿਖਿਆ ਹੋਇਆ ਭਾਈ? ਗੁਰੂ ਨੇ ਕਿਹਾ ਕਿਰਤ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 17,735 ਰੁਪਈਏ ਸਤਲੁਜ ਦੇ ਵਿੱਚ ਰੱਖ ਦਿੱਤੇ। ਉਸਲੇ ਮਾਤਾ ਜੀ ਨੇ ਕਿਹਾ ਸਿੱਖ ਗਰੀਬ ਹੈ, ਇਹਨਾਂ ਨੂੰ ਦੇ ਦਿਓ। ਸਾਹਿਬ ਕਹਿਣ ਲੱਗੇ ਮੈਂ ਪਾਰਾ ਨਹੀਂ ਦੇਣਾ ਇਹਨਾਂ ਨੂੰ।
मैं अपने पुत्तां नूं पारा थोड़ो तूं मैनूं पारा दे दूँगी, ये जहर है, मर जाणगे मेरे पुत्त। कहंदे जदों ये पारा मार के खाईए फिर ताकत दिंदा। उसले गुरु ने तां नहीं दिता गरीबां नूं, गुरु ने तां नहीं कहा। सारे सिख गरीब सन उस वेले, मालवे दे सिख सारे गरीब सन। साहिबां ने 17,735 रुपये हाले भी सतलुज दे विच पए है। कहण लगे समा आऊगा फिर कढांगे। गुरु नानक साहिब दा इतिहास पढ़ के देखो, सुल्तानपुर जदों दौलत खाना हिसाब होया 735 रुपये गुरु नानक साहिब दे वाधा निकले। दौलत खां ने कहा कि इहनूं दईए, परिवार ने कहा साडा हक है। तो साहब उन दौलत खां ने कहा नानक जी नूं पुछो। साहब गुरु नानक देव महाराज कहंदे फकीरां को खड़ाओ, नाम जपण वाले गुरमुखां दी सेवा करो। जिहड़ी धरती उपजाऊ आ तुहाडा बीजिया बीज जम्मूगा उत्थे। और झुग्गियां वालियां नूं खड़ा के पाईए तां पाप कर्म करदे आ, इत्थे तुहाडा बीज जमना नहीं है। 20 रुपये सतगुरु नानक देव महाराज ने नाम की कमाई करने वाले पुरखां नूं खिलाए। जिहड़े 8 दिनों तो भुखे सन, 9वें दिन गुरु नानक देव महाराज ने सार लई। कहण लगे तुसीं भोजन छकदे नहीं, की गल हुई? कहण लगे असीं मंगण नहीं जाते किते भी, परमेश्वर दे आसरे बैठे हैं, जे वो भेज दिंदा तां छक लैंदे, नहीं तो छकदे नहीं। साहिब गुरु नानक देव महाराज साधुआं दी सार लैण वाले, नाम जपण वाले, गुरमुखां दी सार लैण वाले उत्थे सतगुरु नानक देव महाराज पहुँचे। 20 रुपये महापुरुषां दे चरनां 'च रख दिते। वो कहण लगे काका असीं ये की करने हैं, पैसे तो असीं हत्थ नहीं लाउंदे, पदार्थ असीं जे कोई पदार्थ प्रसादा छक लैंदे हैं। फिर सतगुरु नानक देव महाराज ने चूड़ काणे की मंडी तो लिया के पदार्थ उस वेले साधुआं नूं छकाए। 20 रुपये गरीबां नूं नहीं दिते। उल्ट ज्ञान पुठे पासे नूं दुनिया चल गई। संत महाराज जी हरखो वालिए साढ़े उत्थे अज भी बचन करदे, 30 दिन कहंदे प्रसादा 3 दिन तो बाद देना नहीं, कम करे। जिहड़ा रोज़ आवे कहंदे प्रसादा नहीं देना। गुरु नानक साहिब जी ने हल बाया, किरत कीती है। किरत करन वास्ते सारे संसार के लोगों नूं हदायत कीती है। जिहड़ा अपनी किरत करके खाऊगा मन निर्मल रहूगा, उहनूं कहंदे संतोखी। जिहड़ा गुरद्वारियां जाके प्रसादे छकदा, जिहड़ा भाई इधरों उधरों लुट फुट के प्रसादे छकदा, संतोखी उहदे अंदर नाम दा वासा कदी जिंदगी भर नहीं हो सकता। नाम दा वासा किते करना है, यह 3 गुण उहनूं धारण करने पैणगे। सत संतोख विचारो, अमृत नाम ठाकुर का पयो, जिसका सब सुधारो। अमृत रूपी परमेश्वर का नाम उत्थे टिकदा, उस धरती विच प्रफुल्लित हुंदा है। माड़ी धरती विच परमेश्वर का नाम जपदा नहीं है या फलदा नहीं है। बीज भावें जिन्नी मर्जी चंगी मर्जी यूनीवर्सिटी तो लै आईए, जिन्ना मर्जी चंगा बीज होवे, धरती माड़ी होवे प्रफुल्लित नहीं हुंदा। इस करके गुरमुखो सतगुरु नानक देव महाराज की पवित्र बाणी है, इस दी विचार नूं धारण करना। एक बारी संत महाराज जी हरखो वालियां नूं किसी प्रेमी ने पूछया, महाराज बहुत दुनिया कहती है गुरु ग्रंथ साहिब जी नूं मन्नो, बहुत सारे लोग कहते हैं साधुआं नूं मन्नो, साधुआं तो बिना गुरबाणी की समझ नहीं थानूं लगनी। गुरमुखो जे संथा ही करनी होवे, बाणी शुद्ध हो तां भी किसी गुरमुख की संगत करनी पैंदी आ। जे कोई कहे सीधा ही गुरु ग्रंथ साहिब जी नूं किद्दां सीधा तुसीं CM नूं नहीं मिल सकते। कहण लगे महाराज तुहाडा की विचार है जी इहदे बारे, गुरु ग्रंथ साहिब जी नूं मन्नीए कि साधुआं नूं मन्नीए? संत महाराज सहज दे नाल बचन करके कहण लगे, भाई जिन्हें औगण गुरु ग्रंथ साहिब विच छड्डण वास्ते लिखिआ औगण छड्ड देवे, जिन्हें गुण ग्रहण करन वास्ते लिखिआ गुण ग्रहण कर लवे। फिर भावें किसी संत नूं मत्था ना टेके। औगण छड्डे नहीं, गुण ग्रहण कीते नहीं। कहंदे गुरु ग्रंथ साहिब नूं लैके सड़कां जिन्नियां मर्जी फुल्लां दीयां बरखा करी जावे, कुछ नहीं मिलना। जे मनना ही नहीं, उहदा किहा ही नहीं मनना, अपने पे ते फुल्लां दी बरखा करी जाओ, किहा मनो ना तो पे खुश हो जाऊगा किसी का। अज बहुत आत उन्हां पुरखां दी जिहड़े किहा मनदे नहीं, झूठ दा आसरा लैके तुरे फिरदे आ। साडे गुरु ग्रंथ साहिब साडे गुरु है, उन्होंने ये नहीं पता कभी पढ़ के भी नहीं देखिया। गुरपीर हामा तां परे या मुरदार न खाए, हक पराया नानका ओ सूर उस गाए। भाई गुरु ग्रंथ साहिब की विचार उन्हां पुरखां नूं सरवण तां ही गुरमुखो धर्म दे विच वाधा नहीं होया। जिहड़े कथा वार्ता सुनाउण वाले उन्हां दे अंदर लालसा धन दी है, जिहड़े कीर्तन सुनाउण वाले वो पैसों तो बिना आउंदे नहीं है, उन्हां दे अंदर भी लालसा है। जिन्हां दे अंदर धन की लालसा है, गुरु तेग बहादुर साहिब जी की पवित्र बाणी पढ़ो, जिन्हां दे अंदर धन की लालसा है तो प्रभता की इच्छा है, वो मुरगम भुले हुए पुरख ने। धन जोबन प्रभता के मद में ऐन सरहे दवाना, जन नानक कोटन में कहू गुरमुख होए पछाना।
ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ। ਸਵਾਸਾਂ ਨੂੰ ਸਫਲਾ ਕਰਨ ਦਾ ਬਾਣੀ ਦੀ ਵਿਚਾਰ ਸੁਣੀਏ ਕੰਨਾਂ ਦੇ ਵਿੱਚ ਦੀ ਭਾਈ ਸਵਾਸ ਸਫਲੇ ਹੋ ਜਾਂਦੇ। ਜਿੰਨੇ ਸਵਾਸ ਗੁਰਬਾਣੀ ਜਪਦਿਆਂ ਪੜ੍ਹਦਿਆਂ ਸੁਣਦਿਆਂ ਬਤੀਤ ਹੋ ਜਾਣ ਸਫਲੇ ਹੈ। ਜਿੰਨੇ ਸਵਾਸ ਭਾਈ ਵਿਰਸੇ ਚਲੇ ਜਾਂਦੇ ਹੈ, ਸੰਸਾਰੀ ਕਾਰਜ ਕਿਤੇ ਕੰਮ ਨਹੀਂ ਆਉਂਦੇ, ਭਾਵੇਂ ਕਰਨੇ ਜ਼ਰੂਰੀ ਹੈ। ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਸਵਾਸ ਭਾਈ ਸਮਾਂ ਪ੍ਰਾਪਤ ਹੋਇਆ ਹੈ। ਬਾਬਾ ਸੰਤਾ ਸਿੰਘ ਜੀ ਬੜੀ ਕਮਾਈ ਕੀਤੀ ਹੈ। ਉਹਨਾਂ ਦੀ ਬਰਸੀ ਮਨਾਉਂਦਿਆਂ ਜੋ ਸਤਿਗੁਰੂ ਜੀ ਨੇ ਹੁਕਮਨਾਮੇ ਬਖਸ਼ਿਸ਼ ਕੀਤੇ, ਹੁਕਮਨਾਮਾ ਤਾਂ ਲੰਬਾ ਹੈ, ਥੋੜ੍ਹੇ ਸਮੇਂ ਵਾਸਤੇ ਜਿੰਨੀ ਕੁ ਵਿਚਾਰ ਹੋ ਸਕੀ ਉਨੀ ਕਰਾਂਗੇ। ਧਨਾਸਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਧਨਾਸਰੀ ਇਹ ਪੰਚੋ ਗਾਈ ਮਾਲ ਰਾਗ ਕੋ ਸਖ ਸੰਗ ਲਾਈ। ਧਨਾਸਰੀ ਰਾਗਣੀ ਹੈ, ਕੌਂਸ ਰਾਗ ਦੀ ਇਸਤਰੀ ਹੈ। ਇਹ ਰਾਗੀ ਸਿੰਘਾਂ ਨੂੰ ਹਦਾਇਤ ਹੈ ਕਿ ਰਾਗੀ ਸਿੰਘਾਂ ਨੇ ਇਹ ਪੜ੍ਹਨਾ ਹੈ ਜੇ ਇਸ ਰਾਗ ਵਿੱਚ ਪੜ੍ਹਨਾ ਹੈ। ਰਾਗਾਂ ਦਾ ਸਮਾਂ ਹੈ ਗੁਰਮੁਖੋ। ਰਾਗ ਦਾ ਸਮਾਂ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਨੂੰ ਪੁੱਛਿਆ ਸੀ, ਮਹਾਰਾਜ ਆਸਾ ਜੀ ਦੀ ਵਾਰ ਦੀ ਸਮਾਪਤੀ ਕਦੋਂ ਹੋਣੀ ਚਾਹੀਦੀ ਹੈ? ਕਹਿਣ ਲੱਗੇ ਜਦੋਂ ਧਰਤੀ 'ਤੇ ਕੀੜੀ ਤੁਰਦੀ ਫਿਰਦੀ ਦਿਸਣ ਲੱਗ ਪਵੇ ਤਾਂ ਆਸਾ ਦੀ ਵਾਰ ਦੀ ਸਮਾਪਤੀ ਹੈ। 10 ਇੱਕ ਵਾਰ ਫਗਵਾੜੇ ਗਏ ਅਤੇ 11 ਵਜੇ ਆਸਾ ਦੀ ਵਾਰ ਪੜ੍ਹਨ ਲੱਗੇ। ਅਗਿਆਨੀ ਲੋਕ ਜਿਨ੍ਹਾਂ ਨੂੰ ਪਤਾ ਨਹੀਂ ਰਾਗ ਦਾ ਸਮਾਂ ਕਿਹੜਾ ਹੈ। ਇਹ ਰਾਗਾਂ ਦਾ ਸਮਾਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਸੰਪੂਰਨ ਕਰ ਦਿੱਤੀ, ਰਾਗ ਪਹੁੰਚੇ, ਕਿਸੇ ਦੀ ਲੱਤ ਟੁੱਟੀ ਹੋਈ ਹੈ ਜਾਂ ਕਿਸੇ ਦੀ ਬਾਂਹ ਟੁੱਟੀ ਹੋਈ ਹੈ, ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕੋਈ ਸਵੇਰ ਦਾ ਰਾਗ ਹੈ ਸ਼ਾਮ ਨੂੰ ਗਾਉਣ ਲੱਗ ਪੈਂਦੇ ਹੈ, ਸ਼ਾਮ ਦਾ ਰਾਗ ਹੈ ਸਵੇਰ ਨੂੰ ਗਾਉਣ ਲੱਗ ਪੈਂਦੇ ਹੈ, ਮਹਾਰਾਜ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਬਖਸ਼ਿਸ਼ ਕਰੋ। ਸਾਹਿਬ ਕਹਿਣ ਲੱਗੇ ਹੁਣ ਤਾਂ ਅਸੀਂ ਗੁਰਬਾਣੀ ਸੰਪੂਰਨ ਕਰ ਚੁੱਕੇ ਹਾਂ। ਉਹਨਾਂ ਨੇ ਬੇਨਤੀ ਕੀਤੀ ਅਤੇ ਭਾਈ ਗੁਰਦਾਸ ਜੀ ਨੂੰ ਸਾਹਿਬਾਂ ਨੇ ਕਿਹਾ ਪਾਏ ਇਹਨਾਂ ਦੀ ਗਿਣਤੀ ਚਾੜ੍ਹ ਦਿਓ। ਫਿਰ ਭਾਈ ਗੁਰਦਾਸ ਜੀ ਨੇ ਉਹਨਾਂ ਸਾਰਿਆਂ ਰਾਗਾਂ ਦੇ ਨਾਮ ਚਾੜ੍ਹੇ ਔਰ ਉਹਨਾਂ ਦੀ ਗਿਣਤੀ ਲਿਖੀ। ਰਾਗ ਇੱਕ ਸੰਗ ਪੰਚ ਬਰੰਗਨ ਸੰਗ ਲਾਪੈ ਆਠੋ ਨੰਦਨ। ਪ੍ਰਥਮ ਰਾਗ ਭੈਰੋ, ਵੱਡਾ ਰਾਗ ਭੈਰੋ ਹੈ, ਉਹਦੀਆਂ 5 ਇਸਤਰੀਆਂ, ਉਹਦੇ 8 ਪੁੱਤਰ ਹੈ। ਕੱਲੇ ਕੱਲੇ 6 ਰਾਗ ਹੈ, ਉਹਨਾਂ ਦੀਆਂ 30 ਇਸਤਰੀਆਂ, 48 ਪੁੱਤਰ ਹੈ। ਕੱਲੇ ਕੱਲੇ ਉਹਨਾਂ ਦੀ ਗਿਣਤੀ ਕਰਕੇ ਚਾੜ੍ਹੀ ਹੈ। ਉਹਦੀ ਗਿਣਤੀ ਕਰਕੇ ਚਾੜ੍ਹ ਕੇ ਉਹਨਾਂ ਦਾ ਰਾਗ ਸਮਾਂ ਬੰਨਿਆ। ਸਮਾਂ ਉਹਦੇ ਤੋਂ ਬਾਅਦ ਆਸਾ ਜੀ ਦੀ ਵਾਰ ਤੋਂ ਬਾਅਦ ਸਮਾਂ ਹੈ ਸੂਹੀ ਰਾਗ ਦਾ। ਸੂਹੀ ਰਾਗ ਹੈ, ਖੁਸ਼ੀ ਦਾ ਰਾਗ ਹੈ। ਲਾਵਾਂ ਗੁਰੂ ਰਾਮਦਾਸ ਮਹਾਰਾਜ ਨੇ ਸੂਹੀ ਰਾਗ ਵਿੱਚ ਲਿਖੀਆਂ। ਉਹਨਾਂ ਸੂਹੀ ਰਾਗ ਦਾ ਸਮਾਂ 10 ਵਜੇ ਤੋਂ ਪਹਿਲਾਂ ਪਹਿਲਾਂ ਦੀ ਸਮਾਪਤੀ ਹੈ। ਜਿਨ੍ਹਾਂ ਰਾਗੀਆਂ ਨੂੰ ਰਾਗ ਵਿਦਿਆ ਦੇ ਜਾਣੂ ਹੈ ਉਹਨਾਂ ਨੂੰ ਪਤਾ ਸਮਾਂ ਕਿਹੜਾ ਹੈ। ਇਹ ਰਾਗੀ ਬਾਬਾ ਪ੍ਰੇਮ ਸਿੰਘ ਇੱਥੇ ਰਾਗ ਵਿਦਿਆ ਜਾਣਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਮਹਾਰਾਜਾ ਰਣਜੀਤ ਸਿੰਘ ਆਇਆ ਸੀ। ਉਹਨੇ ਬੇਨਤੀ ਕੀਤੀ ਮੈਂ ਰਾਗੀ ਸਿੰਘਾਂ ਤੋਂ ਰਾਗ ਵਿਦਿਆ ਸੁਣਨੀ ਹੈ। ਉਸ ਵੇਲੇ ਰਾਗੀ ਪ੍ਰੇਮ ਸਿੰਘ ਨੇ ਕਿਹਾ ਸੀ ਕੱਲ੍ਹ ਨੂੰ ਆਇਓ, ਚਿੱਟੇ ਵਸਤਰ ਪਹਿਨ ਕੇ ਸਾਰੇ ਆਇਓ। ਉਸ ਰਾਗੀ ਪ੍ਰੇਮ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਆਪਣੇ ਹੋਰ ਸਿਪਾਹੀਆਂ ਸਮੇਤ ਆਇਆ, ਚਿੱਟੇ ਵਸਤਰ ਪਾ ਕੇ ਆਏ। ਉਸ ਵੇਲੇ ਰਾਗੀ ਪ੍ਰੇਮ ਸਿੰਘ ਨੇ ਬਸੰਤ ਰਾਗ ਗਾਇਆ, ਸਾਰਿਆਂ ਦੇ ਕੱਪੜੇ ਬਸੰਤੀ ਕਰ ਦਿੱਤੇ। ਉਹਨਾਂ ਨੇ ਫਿਰ ਕਿਹਾ ਅਸੀਂ ਹੁਣ ਦੀਪਕ ਰਾਗ ਸੁਣਨਾ, ਕਹਿਣ ਸਮਾਂ ਤਾਂ ਨਹੀਂ ਇਜਾਜ਼ਤ ਦਿੰਦਾ। ਰਾਗ ਵਿੱਚ ਇੰਨੀ ਪਾਵਰ ਹੈ, ਤੁਸੀਂ ਦੀਵੇ ਵਿੱਚ ਬੱਤੀ ਤੇਲ ਪਾ ਕੇ ਰੱਖ ਦਿਓ। ਜੇ ਰਾਗੀ ਵਧੀਆ ਰਾਗ ਵਿਦਿਆ ਦਾ ਜਾਣੂ ਹੈ ਤਾਂ ਦੀਵੇ ਆਪਣੇ ਆਪ ਜਗ ਜਾਣਗੇ। ਇਹਨੂੰ ਕਹਿੰਦੇ ਆ ਦੀਪਕ ਰਾਗ। ਜਿਹੜਾ ਮਲਾਰ ਰਾਗ ਹੈ, ਮਲਾਰ ਰਾਗ ਇਸਤਰੀ ਹੈ, ਮੇਘ ਰਾਗ ਦੀ ਇਸਤਰੀ ਹੈ। ਸੋਰਠ ਗੋਂਡ ਮਲਾਰੀ ਧੁਨੀ। ਮਲਾਰ ਰਾਗ ਸਹੀ ਤਰੀਕੇ ਨਾਲ ਰਾਗੀ ਗਾ ਦੇਵੇ, ਮੀਂਹ ਚੜੀ ਧੁੱਪ 'ਤੇ ਵੀ ਮੀਂਹ ਪੈ ਜਾਊਗਾ। ਇਹ ਰਾਗ ਵਿਦਿਆ ਦੀ ਹੈ ਸਾਧ ਸੰਗਤ ਰਾਗਿਨੀ। ਪ੍ਰੇਮ ਸਿੰਘ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਰਾਗ ਸੁਣਾਇਆ ਸੀ। ਸੋ ਮੈਂ ਤਾਂ ਤੁਹਾਨੂੰ ਇਸ ਗੱਲ ਦੀ ਵਿਆਖਿਆ ਕਰਕੇ ਦੱਸੀ ਹੈ। ਸੂਹੀ ਰਾਗ ਦਾ ਸਮਾਂ ਸਵੇਰੇ 10 ਵਜੇ ਤੋਂ ਪਹਿਲਾਂ ਦਾ। ਗੁਰੂ ਰਾਮਦਾਸ ਮਹਾਰਾਜ ਨੇ ਲਾਵਾਂ ਸੂਹੀ ਰਾਗ ਵਿੱਚ ਲਿਖੀਆਂ, ਪਰ ਅੱਜ ਸੂਹੀ ਰਾਗ ਜਿਹੜਾ ਸਮਾਂ ਹੈ ਉਹ ਸ਼ਾਮ ਨੂੰ 4 ਵਜੇ ਲਾਵਾਂ ਪੜ੍ਹਦੇ ਆ। ਜਿਸ ਵੇਲੇ ਮਾਰੂ ਰਾਗ ਚੱਲਦਾ, ਮਾਰੂ ਰਾਗ ਦਾ ਸਮਾਂ ਹੁੰਦਾ ਉਹ, ਉਸ ਵੇਲੇ ਕੁੜੀ ਮੁੰਡੇ ਦਾ ਆਨੰਦ ਕਾਰਜ। ਫਿਰ ਤਾਂ ਹੀ ਕੁੜੀ ਮੁੰਡੇ ਦੀ ਲੜਾਈ ਸਾਰੀ ਜ਼ਿੰਦਗੀ ਮੁੱਕਦੀ ਨਹੀਂ ਹੈ। ਗਲਤ ਟਾਈਮ 'ਤੇ ਉਹਦਾ ਸਮਾਂ, ਬੇਲੇ ਦਾ ਰਾਗ, ਕਬੇਲੇ ਦੀਆਂ ਟੱਕਰਾਂ। ਜਿਹੜੇ 10 ਵਜੇ ਤੋਂ ਪਹਿਲਾਂ ਸੰਤ ਮਹਾਰਾਜ ਜੀ ਹਰਖੋ ਵਾਲੀਏ ਪਹਿਲਾਂ ਆਨੰਦ ਕਾਰਜ ਕਰਦੇ ਸੀ। ਭਾਈ ਸੂਹੀ ਰਾਗ ਦਾ ਸਮਾਂ ਸਵੇਰ ਦਾ ਹੈ। ਇਹ ਰਾਗਾਂ ਦਾ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਰਾਗਾਂ ਵਿੱਚ ਰਾਗੀ ਸਿੰਘਾਂ ਨੂੰ ਹਦਾਇਤ ਕੀਤੀ ਹੈ ਕਿ ਇਹ ਰਾਗ ਨੂੰ ਜੇ ਗਾਉਣਾ ਤਾਂ ਤੁਸੀਂ ਇਸ ਰਾਗ ਵਿੱਚ ਸ਼ਬਦ ਨੂੰ ਗਾਉਣਾ ਅਤੇ ਇਸ ਰਾਗ ਵਿੱਚ ਗਾਉਣਾ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਅਸ਼ਟਪਦੀਆਂ। ਉਹਦੇ ਵਿੱਚ ਰਾਗੀ ਸਿੰਘਾਂ ਵਾਸਤੇ ਹੀ ਹੈ। ਘਰ ਦੂਜੇ ਕਿਹੜੇ ਘਰ ਵਿੱਚ ਗਾਉਣਾ, ਕਿਹੜੇ ਤਾਲ ਵਿੱਚ ਗਾਉਣਾ, ਇਹ ਰਾਗੀ ਸਿੰਘਾਂ ਵਾਸਤੇ। ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਦਾ ਜਿਹੜਾ ਘਰ ਹੈ ਸਾਗਰ ਹੈ। ਭਾਈ ਸਾਗਰ ਕਹਿੰਦੇ ਨੇ ਸਮੁੰਦਰ ਨੂੰ।
समुंदर में जिन्नी कोई डूंगी चुभी मार लैंदा उन्नी डूंगी खबर लै आउंदा, जिन्नी कोपरा वो संख घोगे चक लैंदा। अवस्था है जिन्नी जिन्नी मेरे सतगुरु जी कहते गुरसागर रतनी भरपूरे, गुरसिखां की अवस्था है। संत बाबा आया सिंह जी महाराज होती मरदान वाले, बाबा ज्वाला सिंह जी के गुरदेव एक बारी बैठे सन। गुरमुखो महापुरुषां दुनिया गल्लां करदी है, वो गल्लां करदे जिन्होंने कोई महापुरुष मिलिया नहीं। जिन्होंने महापुरुष मिल गए वो तो मुड़ के बोले ही नहीं, चुप कर गए। बड़े बड़े कट्टड़बाज जिहड़े सन आके चरनां ते लम्मे पै गए, जिहड़े कहंदे असीं किसी संत नूं मनदे नहीं। बाबा आया सिंह जी महाराज बैठे सन, संगत जुड़ी बैठी है। एक पंडित जी गरुड़ पुराण की कथा सुना रहा, बाबा आया सिंह जी महाराज सुन रहे हैं, होर भी संगत जुड़ी बैठी सुनती। वो गरुड़ पुराण आम मृतक प्राणी के मौके पर पढ़ते हैं हिंदू लोग, जिहदा जिक्र गुरु अमरदास महाराज ने कहा कि सो गोपाल पंडित सद्यो हर हर कथा पढ़े पुराण जी। ਉਹਦੇ ਵਿੱਚ एक पुराण है गरुड़ पुराण, ਉਹਦੀ कथा करते हैं जदों मृतक प्राणी तो बाद, जिद्दां असीं गुरु ग्रंथ साहिब जी का सहज पाठ का भोग पाउने हैं। जिहड़े हिंदू लोग अज तक पुरातन उन्हां दी मर्यादा चाहुंदी है, गरुड़ पुराण का पाठ करते हैं। ਉਹਦੀ कथा चलदी सी, पंडित जी कथा करते सी। ਉਹਦੇ कथा ਵਿੱਚ एक प्रसंग आया, हले प्रसंग चलदा सी ते बाबा जी का एक सेवक सी, मस्ताना जिहा, मस्तानी जे बिरती का सी, कपड़े भी इदां दे सी। ते आके बाबा जी ने दबा दी एक पुड़ी ते दुध लैके आया। वो कथा दे विच आके कहंदा बाबा जी दुध छक लो, दवाई खा लो। कहंदे रुक ला जरा कथा सुन लैण दे। बाबा जी कहंदे कथा सुन ले। कथा विच प्रसंग आया जदों जीव आत्मा शरीर विचों कढ के जम लै जांदे, इहनूं धर्मराज की कचहरी तक पहुँचण दा साल दा समा लग जांदा। गरुड़ पुराण विच भी ये लिखिया, सुखमनी साहिब जी की दूजी अष्टपदी पढ़ो, ਉਹਦੇ ਵਿੱਚ भी ये लिखिया। जो जो गरुड़ पुराण विच लिखिया उही सुखमनी साहिब विच भी लिखिया होया। मेल करके किते पढ़ के देख लियो। जो जो ਉਹਦੇ रस्ते विच जो जो विघन आउंदे आ, जो जो कष्ट आउंदे आ, सुखमनी साहिब विच उही लिखे आ जिहड़े गरुड़ पुराण विच लिखे। वो जदों एक प्रसंग आया तो पंडित जी ने कहा जी एक साल का समा प्राणी नूं तां ही पौने साल बाद 9 महीनों बाद भोग पाउंदे आ, क्योंकि साल बाद प्राणी ने पहुँचना। भी वो तो पहला एक बार गुरु नूं फिर अरदास कर दईए, महाराज साडा जीव एक इत्थे पहुँच रहा, उसकी संभाल कर लियो। ये प्रसंग चलदा सी ते भाई कक्कू ने दोबारा फिर बेनती की, महाराज दुध छक लो जी। बाबा जी कहंदे रुक ला जरा कथा सुन लैण दे। वो भाई कक्कू बोलिया, महाराज ये पंडित सारी गलत कथा करदा, तुसीं सुनी जाने। जिहड़े जब मैं समय नूं साल दा कहंदा मैं इहनूं 5 मिनटां च लै जूंगा। जद उन्हें भाई कक्कू ने गल की, पंडित जी ने ग्रंथ बंद कर दिता। पंडित जी थोड़ा गुस्से में आ गए, कहन लगे महाराज तुसीं ग्रंथां नूं झूठे, तुहाडे गुरसिख ग्रंथां नूं झूठे करदे है। बाबा आया सिंह जी महाराज कहन लगे पंडित जी ये गुरु नानक दे सिखां दी बड़ी पहुँच हुंदी आ, तुहानूं नहीं विश्वास तां इहदे नाल जाके धर्मराज नूं मिल आओ। उस वेले भाई कक्कू ने पंडित जी का हथ फड़िया, इस तरह हथ फड़िया, कहन लगे मीट होए पंडिता अखां। अखां मीटियां धर्मराज की कचहरी विच खड़े आ। धर्मराज 2 हार चक के लियाया, एक भाई कक्कू के गल च पाया, एक पंडित जी के गल च पाया, मत्था टेकिया। मेरी बाबा आया सिंह जी महाराज नूं नमस्कार कर दिओ। मैं तो इत्थे गुरु के सिखां दे भी कभी दर्शन नहीं कीते, अज महापुरुषां दे दर्शन कीते आ। धर्मराज की कचहरी च महापुरुषां दा काम कोई नहीं है। धर्मराज दर कागज फारे जन नानक लेखा समझा। उत्थे हथ फड़िया पंडित जी का, अखां खोलियां, बाबा आया सिंह जी महाराज के मोहरे बैठे आ। पंडित जी नठ के बाबा आया सिंह महाराज के चरणों ते टिपिया, कहन लगा महाराज मैनूं भाई कक्कू वाली बिरती बख्श दिओ। बाबा जी कहन लगे वेद ग्रंथ कहो मत झूठे, झूठा जो ना विचारे। पंडित जी ग्रंथ झूठे नहीं आ, लगदा साल का ही समा है, पर यह मेरे गुरसिखां की अवस्था है। कोई 5 मिनटां चल जू, कोई 5 दिनां चल जू, कोई अख झमाकण दे विच चल जू, अख झमकी आ उत्थे, अख झमकी इत्थे। ये मेरे गुरसिखां की अवस्था है। इहनूं कहंदे अवस्था, ये गुरु ग्रंथ साहिब जी महाराज विचों अवस्था प्राप्त की है। ये गुरु का सागर है, समुंदर है। बड़े बड़े जहाज़ चलते हैं, छोटी छोटियां बेड़ियां चलदियां, मछेरे मच्छियां फड़ते हैं। बड़े बड़े जिहड़े जहाज़ है समान लद के दूजे सिरे लै जाते हैं। वो समुंदर दे विच 42 लाख जून है, ਉਹਦੇ ਵਿੱਚੋਂ 42 ਲੱਖ ਬਾਹਰ है, 42 ਲੱਖ पानी च है। ਉਹਦੇ ਵਿੱਚੋਂ बहुत सारे कई हीरे जवाहरात कई चीज़ां वधिया ते वधिया समुंदर ਵਿੱਚੋਂ ਕੱਢਦੇ ਆ।
पर ਜਿਹੜੇ ਓਪਰੀ ਚੁੱਭੀ ਰੱਖਦੇ ਆ ਉਹਨਾਂ ਨੂੰ ਭਾਈ ਸੰਖ ਘੋਗੇ ਕਈ ਮੱਛੀਆਂ ਤੱਕ ਹੀ ਸੀਮਤ ਹੈ, ਉਹਨਾਂ ਨੂੰ ਦੂਜੀਆਂ ਚੀਜ਼ਾਂ ਨਾਲ ਮਤਲਬ ਨਹੀਂ ਹੈ, ਕਈ ਡੂੰਘੀ ਚੁੱਭੀ ਮਾਰਦੇ ਆ। ਇਸੇ ਤਰ੍ਹਾਂ ਗੁਰੂ ਦਾ ਸਾਗਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਇੱਕ ਬੜਾ ਸਮੁੰਦਰ ਹੈ, ਜਿਹਦਾ ਸਮੁੰਦਰ ਦਾ ਥਾਂ ਕੋਈ ਪਾਇਆ ਨਹੀਂ ਹੈ। ਸਮੁੰਦਰ ਦਾ ਥਾਂ ਅੱਜ ਤੱਕ ਕਿਸੇ ਨੇ, ਸਾਇੰਸਦਾਨ ਨੇ ਗਿਣਤੀ ਨਹੀਂ ਕੀਤੀ ਕਿੰਨੇ ਕਿਊਬਿਕ ਪਾਣੀ ਆ, ਕਿੰਨਾ ਪਾਣੀ ਹੈ ਇਹਦੇ ਵਿੱਚ ਔਰ ਕਿੰਨੀ ਲੰਬਾਈ ਚੜਾਈ ਹੈ। ਪਰ ਹਿੰਦੁਸਤਾਨ ਦੀ ਧਰਤੀ 'ਤੇ ਇੱਕ ਐਸਾ ਲਿਖੀ ਹੋਇਆ ਜੇ 2.5 ਚੂੜੀਆਂ ਕਰਕੇ ਸਮੁੰਦਰ ਨੂੰ ਪੀ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਲਿਖਿਆ ਹੋਇਆ, ਅੰਮ੍ਰਿਤ ਸਸੀਆ ਤੇਨ ਲక్ష్ਮੀ ਕਲਪਾਤਰ ਸਿਖਰ ਸੁਨਾਗਰ ਨਦੀ 'ਚ ਨਾਥੰ ਕਰਮ ਕਰ ਖਾਰ ਮਫੀਟ ਸਰੀ। ਭਗਤ ਤਰਲੋਚਨ ਜੀ ਦੀ ਬਾਣੀ ਹੈ, ਇਹ ਬਚਨ ਲਿਖਿਆ ਹੋਇਆ। ਏਡੇ ਏਡੇ ਵਸਤਾ ਵਾਲੇ ਪੁਰਖ ਹੈ ਜਿਹਨੇ ਸਮੁੰਦਰ ਨੂੰ ਵੀ ਰਾਹੇ ਰਾਹ ਪਾਤਾ, ਸਮੁੰਦਰ ਨੂੰ ਵੀ ਸੁਕਾਤਾ। ਇੱਦਾਂ ਦੇ ਮਹਾਤਮਾ ਹੋਏ ਦੁਨੀਆ ਵਿੱਚ ਜਿਨ੍ਹਾਂ ਨੇ ਸੂਰਜ ਚੜ੍ਹਨਾ ਬੰਦ ਕਰ ਦਿੱਤਾ। ਸਤਯੁਗ ਵਿੱਚ ਇੱਕ ਬੀਬੀ ਹੋਈ ਹੈ, ਪਤੀ ਵਰਤਾ ਔਰਤ ਹੋਈ ਹੈ, ਜਿਹਨੇ ਸੂਰਜ ਚੜ੍ਹਨਾ ਬੰਦ ਕਰ ਦਿੱਤਾ। ਔਰ ਬੀਬੀ ਪਤੀ ਵਰਤਾ ਅਵਸਥਾ ਵਾਲੀਆਂ ਜਿਹੜੀਆਂ ਬੜੀ ਬ੍ਰਹਮ ਅਵਸਥਾ ਵਾਲੀਆਂ ਬੀਬੀਆਂ ਹੋਈਆਂ, ਜਿਨ੍ਹਾਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਮੰਨ ਕੇ ਉਹਦਾ ਬਚਨ ਮੰਨਿਆ। ਤ੍ਰੇਤੇ ਯੁੱਗ ਵਿੱਚ ਬੀਬੀ ਹੋਈ ਹੈ ਇੱਕ ਬ੍ਰਹਮ ਅਵਸਥਾ ਵਾਲੀ, ਉਹ ਵੀ ਪਤੀ ਵਰਤਾ ਸੀ, ਜਿਹਨੇ ਰਾਜਾ ਜਨਕ ਜੀ ਨੂੰ ਦੱਸ ਦਿੱਤਾ ਸੀ ਕਿ ਇਹ ਚੂੜਿਆਂ ਦਾ ਮੁੰਡਾ ਰਾਵਣ ਦਾ ਜਵਾਈ ਬਣੂਗਾ, ਔਰ ਉਹ ਜਵਾਈ ਬਣ ਗਿਆ। ਲੰਮੀ ਚੌੜੀ ਕਥਾ ਹੈ। ਉਹਦੇ ਬਾਅਦ ਦੁਆਪਰ ਯੁੱਗ ਵਿੱਚ ਪਤੀ ਵਰਤਾ ਔਰਤ ਹੋਈ ਹੈ, ਜਿਹਨੇ ਕਦੀ ਕੋਈ ਔਰਤ ਕਹਿੰਦੀ ਮੇਰੇ ਪਤੀ ਨੂੰ ਨਹੀਂ ਦਿਸਦਾ ਤੇ ਮੈਂ ਵੀ ਨਹੀਂ ਦੇਖਣਾ। ਸਾਰੀ ਜ਼ਿੰਦਗੀ ਗੰਧਾਰੀ ਨੇ, ਧ੍ਰਿਤਰਾਸ਼ਟਰ ਦੇ ਘਰ ਵਾਲੀ ਨੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਰੱਖੀ ਹੈ। ਭਗਵਾਨ ਕ੍ਰਿਸ਼ਨ ਨੂੰ ਸ਼ਰਾਪ ਦੇਤਾ, ਸ਼ਰਾਪ ਲੱਗ ਗਿਆ। ਆਪਣੇ ਪੁੱਤਰ ਨੂੰ ਅੱਖਾਂ ਤੋਂ ਇੱਕ ਵਾਰ ਪੱਟੀ ਖੋਲ੍ਹੀ ਹੈ ਜ਼ਿੰਦਗੀ 'ਚ, ਉਹਦੀ ਜਿਹੜਾ ਸਰੀਰ ਸੀ ਐਸਾ ਬੱਜਰ ਦਾ ਹੋਇਆ ਜਾਨਵਰ ਖਾ ਨਹੀਂ ਸਕੇ ਉਹਨੂੰ, ਇੰਨੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਅਤੇ ਇੱਕ ਕਲਯੁੱਗ ਵਿੱਚ ਵੀ ਬੀਬੀ ਹੋਈ ਆ ਪਤੀ ਵਰਤਾ, ਜਿਹਨੇ ਸਿੱਖਾਂ ਦਾ ਸਰਮੌਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਪ੍ਰਗਟ ਕੀਤਾ। ਉਹ ਰਜਨੀ ਦਾ ਨਾਮ ਜਾਣਦੇ, ਉਹਦੇ ਪਤੀ ਦਾ ਨਾਮ ਕੋਈ ਨਹੀਂ ਜਾਣਦਾ। ਪਤੀ ਵਰਤਾ ਸੀ, ਉਹਨੇ ਆਪਣੇ ਪਤੀ ਨੂੰ ਸਿਰ 'ਤੇ ਚੱਕ ਕੇ ਲਿਜਾਂਦੀ ਸੀ, ਉਹਨੂੰ ਮੰਗ ਕੇ ਲਿਆ ਕੇ ਖਿਲਾਉਂਦੀ ਸੀ। ਐਡੀ ਵੱਡੀ ਅਵਸਥਾ ਹੈ। ਆਪਣੀਆਂ ਆਪਣੀਆਂ ਅਵਸਥਾ ਪ੍ਰਾਪਤ ਕਰਕੇ ਕੋਈ ਵੀ ਗੁਰਸਿੱਖ ਪ੍ਰਾਪਤ ਕਰ ਸਕਦਾ, ਉਹ ਕਾਨੂੰਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਬਚਨਾਂ 'ਤੇ ਚੱਲ ਕੇ, ਇਹ ਬਚਨ ਗੁਰਮੁਖੋਂ ਪਤਾ ਨਹੀਂ ਲੱਗਦਾ। ਜਦ ਕੋਈ ਕਿਸੇ ਬਚਨ ਦਾ ਜਾਂ ਅਰਥ ਦਾ ਪਤਾ ਨਹੀਂ ਸੀ ਲੱਗਦਾ, ਗੁਰਸਿੱਖ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਪੁੱਛਿਆ ਕਰਦੇ ਸਨ, ਉਹ ਫਿਰ ਬਚਨ ਸੁਣਾਇਆ ਕਰਦੇ ਸਨ। ਸੰਤ ਮਹਾਰਾਜ ਦੇ ਚਰਨਾਂ ਵਿੱਚ ਉਹਨਾਂ ਦੇ ਗੁਰ ਭਾਈ ਸਨ ਹਰਖੋਵਾਲ ਬਾਬਾ ਹਰੀ ਸਿੰਘ ਜੀ, ਹੋਤੀ ਮਰਦਾਨ ਤੋਂ ਆਏ ਸੀ। ਗਲੀ ਸੱਤੋ ਵਾਲੀ ਅਮੀਰ ਸਿੰਘ ਜੀ ਦੇ ਟਕਸਾਲ ਵਿੱਚੋਂ ਅੰਮ੍ਰਿਤਸਰ ਸਾਹਿਬ ਤੋਂ ਪੜ੍ਹੇ ਹੋਏ ਸਨ, ਬਹੁਤ ਵਿਦਵਾਨ ਸਨ। ਉਹ ਕਥਾ ਕਰਦੇ ਹੁੰਦੇ ਸਨ, ਇੱਕ ਸਿੰਘ ਨਾਲ ਪੜ੍ਹਦਾ ਹੁੰਦਾ ਸੀ। ਸੰਤ ਮਹਾਰਾਜ ਬੈਠ ਕੇ ਕਥਾ ਸੁਣਿਆ ਕਰਦੇ ਸੀ। ਇੱਕ ਦਿਨ ਬਾਬਾ ਹਰੀ ਸਿੰਘ ਦੇ ਮਨ ਵਿੱਚ ਇਹ ਗੱਲ ਆਈ ਵੀ ਸੰਤ ਮਹਾਰਾਜ ਨੇ ਪੜ੍ਹਿਆ, ਕਿਉਂਕਿ ਮਹਾਰਾਜ ਤਾਂ ਪੜ੍ਹੇ ਨਹੀਂ ਸੀ ਹੋਏ, ਨਾ ਸਕੂਲੇ ਗਏ ਹੀ ਨਹੀਂ ਸੀ। ਕਹਿੰਦੇ ਮਹਾਰਾਜ ਨੇ ਪੜ੍ਹਿਆ, ਮੈਂ ਪੜ੍ਹਿਆ ਹੋਇਆ, ਜਿਹੜੀ ਮੈਂ ਕਥਾ ਕਰਦਾ ਮਹਾਰਾਜ ਨੂੰ ਅਰਥ ਪਤਾ ਨਹੀਂ ਹੈ। ਅੰਤਰਜਾਮੀ ਬ੍ਰਹਮ ਗਿਆਨੀ ਮਹਾਂਪੁਰਸ਼ ਉਸੇ ਵੇਲੇ ਕਹਿਣ ਲੱਗੇ, ਗਿਆਨੀ ਜੀ ਅੱਜ ਤੁਸੀਂ ਪੜ੍ਹੋ ਅਤੇ ਮੈਂ ਕਥਾ ਕਰਦਾ। ਗਿਆਨੀ ਜੀ ਪੜ੍ਹਨ ਲੱਗ ਗਏ, ਸੰਤ ਮਹਾਰਾਜ ਨਾਲ ਕਥਾ ਕਰਨ ਬਹਿ ਗਏ। ਸਾਰੀ ਜ਼ਿੰਦਗੀ ਜਿਹੜੇ ਟਕਸਾਲ 'ਚ ਬਾਬਾ ਹਰੀ ਸਿੰਘ ਨੇ ਅਰਥ ਕਦੀ ਸੁਣੇ ਹੀ ਨਹੀਂ ਸੀ ਕਿਸੇ ਤੋਂ, ਉਹ ਅਰਥ ਸੰਤ ਮਹਾਰਾਜ ਹਰਖੋ ਵਾਲੀਆਂ ਨੇ ਕਰਕੇ ਸੁਣਾਏ। ਉੱਠ ਕੇ ਉਹਨਾਂ ਦੇ ਚਰਨਾਂ 'ਤੇ ਡਿੱਗ ਪਏ, ਮਹਾਰਾਜ ਤੁਸੀਂ ਸਾਰੀਆਂ ਭਾਸ਼ਾ ਜਾਣਦੇ ਹੋ, ਤੁਸੀਂ ਸਾਰਾ ਜਿਹਨੂੰ ਬ੍ਰਹਮ ਦਾ ਗਿਆਨ ਹੈ ਸਭ ਜਾਣਦਾ, ਉਹ ਬ੍ਰਹਮ ਬੇਤਾ ਬਣ ਜਾਣਾ, ਬ੍ਰਹਮ ਗਿਆਨ ਬਣ ਜਾਣਾ, ਅਵਸਥਾ ਵਾਲਾ ਬ੍ਰਹਮ ਰੂਪ ਬਣ ਜਾਣਾ। ਜੇ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ, ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਉਹਦੇ ਅੰਦਰ ਬ੍ਰਹਮ ਦਾ ਵਾਸਾ ਹੈ, ਉਹ ਬ੍ਰਹਮ ਸਰੂਪ ਹੈ। ਉਹਨੂੰ ਪਰਮੇਸ਼ਰ ਕਹਿ ਲਓ, ਨਿਰੰਕਾਰ ਕਹਿ ਲਓ, ਉਹਦਾ ਕੋਈ ਫਰਕ ਨਹੀਂ। ਗੁਰਬਾਣੀ ਕਹਿੰਦੀ ਹੈ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਉਹਦਾ ਤਾਂ ਪਰਮੇਸ਼ਰ ਦਾ ਫਰਕ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ। ਕੌਣ ਕਹਿੰਦਾ ਸੰਤਾਂ ਨੂੰ ਨਹੀਂ ਮਿਲਣਾ? ਕੌਣ ਕਹਿੰਦਾ ਸੰਤਾਂ ਨੂੰ ਮੱਥਾ ਨਹੀਂ ਟੇਕਣਾ? ਕੀ ਪਰਮੇਸ਼ਰ ਨੂੰ ਮੱਥਾ ਟੇਕੋਗੇ ਕਿ ਨਹੀਂ? ਸਤਿਗੁਰੂ ਜੀ ਬਾਣੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਚਨ ਲਿਖਦੇ, ਸਾਧ ਕਰਮ ਜੇ ਪੁਰਖ ਕਮਾਵੈ ਨਾਮ ਦੇਵਤਾ ਜਗਤ ਕਹਾਵੈ। ਕੁਕਰਤ ਕਰਮ ਜੋ ਜਗਮੋ ਕਰਹੀ ਅਸੁਰ ਨਾਮ ਤਿਨਹੁ ਕੋ ਧਰਹੀ। ਇਹ ਵਿਚਿਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲਿਖਦੇ ਆ, ਸਾਧਾਂ ਵਾਲੇ ਕਰਮ ਕੋਈ ਕਰ ਲਵੇ ਉਹਨੂੰ ਦੁਨੀਆ ਦੇਵਤਾ ਕਹਿਣ ਲੱਗ ਜਾਂਦੀ ਹੈ। ਭਾਈ ਇਹ ਤਾਂ ਦੇਵਤਾ ਹੈ, ਉਹਨੂੰ ਦੇਵਤਿਆਂ ਦਾ ਦਰਜਾ ਦੇ ਦਿੰਦੇ ਆ। ਜੇ ਕੋਈ ਗਲਤ ਕਰਮ ਕਰਦਾ ਉਹਨੂੰ ਰਾਖਸ਼ ਕਹਿਣ ਲੱਗ ਜਾਂਦੇ ਆ। ਇਹ ਗੁਰੂ ਸਾਗਰ ਪਰਮੇਸ਼ਰ ਗੁਰੂ ਨਾਨਕ ਦਾ ਘਰ ਇੱਕ ਸਮੁੰਦਰ ਹੈ। ਜਿੱਡੀ ਕੋਈ ਚੁੱਭੀ ਮਾਰੇਗਾ, ਜਿੱਡੀ ਕੋਈ ਅਵਸਥਾ ਪ੍ਰਾਪਤ ਕਰੇਗਾ, ਭਾਈ ਉਹਨੂੰ ਅਵਸਥਾ ਪ੍ਰਾਪਤ ਹੋ ਜਾਊਗੀ। ਸਭ ਤੋਂ ਵੱਡੀ ਅਵਸਥਾ ਹੈ ਆਪਸ ਕੋ ਜੋ ਜਾਣੇ ਨੀਚਾ,
सौ गनियां सब ते उच्चा। देखो तो भाई किसी को पुछ के जां किसी को कह के जद किसी को मत देन लग जाता बंदा फिर उच्चा है या किसी की सुनता ही नहीं है। सो गुरमुखो सब तो उच्चा उही बनया ब्रह्म ज्ञानी ऊच ते ऊचा मन अपने है सब ते नीचा। किसी अमृतधारी के मुक्का मार के देखो तो किन्नी क समर्था है वो अंदर। कोई है भी बाबा फरीद साहब जी की बाणी पढ़ो। बाबा फरीद साहब जी ने कहे फरीदा जो तैं मारन मुखियां तिना ना मारे घुम अपनड़े कर जाइए पैर तिना दे चुम। जेड़े कहने तेनू मुखियां मारदे आ तू मुड़ के दुबारा उन्हां दा मुकाबला ना कर। तेरे घर नूं आग उन्हां दे पैरां नूं चुम। मैं तो नहीं चुम सकदा मेते तो नहीं चुम होने शायद तुहाडे विच कोई चुम लवे तां बखरी अवस्था उपरली अवस्था है। इहनूं कहंदे ब्रह्म अवस्था। इहनूं कहंदे गुरु दा सागर गुरु दा समुंदर जिहदे विचों अवस्था प्राप्त करके गुरसिखां ने रहिंदी दुनिया तक दुनिया उन्हां नूं याद करदी है। गुर सागर रतनी भरपूरे अमृत संत चुगे नहीं दूरे। संतां ने अमृत रूपी पर संतो माखण खाया छाछ पीए संसार। कबीर माया डोलनी पवन झकोलन हार संतो माखण खाया छाछ पीए संसार। पट्ठे लिआंदे खेतां विचों वढ के पशुआं नूं पाते। वो किरिया कीती पशुआं ने सवेर नूं दुੱਧ दिता। वो दुੱਧ चो के शाम नूं गर्म करके उन्होंने जम्मण ला के किन्नी किरिया कीती है। ਉਹਦੇ ਵਿੱਚ अखीर ਵਿੱਚੋਂ एक मक्खण निकलिया। वो मक्खण तत्त वस्तु है। वो संतां ने मक्खण खा लिया तो बाकी जिहड़ी लस्सी सी संसार दे काम आ गई। लस्सी तो बिना भी सरदा नहीं। जब आपां दुੱਧ जमाउणा होवे किसी दे घरों लस्सी जम्मण लिआउणा पैंदा। संतां दी संगत तो बिना जम्मण लगदा नहीं। प्रहलाद दी पुरी विच जदों गुरु नानक साहब गए है प्रहलाद ने एक सवाल किया सी पढ़ के देखियो भाई बाले वाली जन्म साखी। प्रहलाद ने कहा सी कौन आछा बासन कीना कौन आछा दूध मथलीना कौन समान बीच समाया कौन संग लै दही जमाया। सतगुरु नानक देव महाराज ने वह बचन फिर जवाब दिता। कहते तन धोए आछा बासन कीना शरीर में इशनान करके सुच्चा करना। इनू शरीर चंगा भांडा शुद्ध भांडा बनाना। तन धोए आछा बासन कीना खिमा चोए दूध मथलीना अंदर खिमा होवे दया होवे। लगना अगन का ताओ बनाया। जे दुੱਧ ਨੂੰ गर्म ना करिए कच्चे ਨੂੰ ला दीए जम्मण तो वह खराब हो जाता मुश्क जाता। ਉਹਨੂੰ ਅੱਗ ਤੇ ਚਾੜਨੇ ਪਊਗਾ। जिस बंदे ने धर्म की पौड़ी ते पैर रखना सौखा नहीं है। तड़के उठ के ठंडे पानी नाल नहाउणा पऊगा। ਜਿਹੜੇ गुरसिख गर्म पानी नभदे है वो गुरु गोबिंद सिंह साहब जी महाराज कहते हैं भाई वो तनखाइए है। ठंडे पानी जो नहीं नहावे सो सिख तनखाइया कहावै। ਜਿਹੜੇ गर्म पानी ਲੱਭਦੇ तनखाइए है वो भावें जिड्डे मर्जी बन के दसन। संत महाराज जी हरखवालीए रात को पानी में बहालते सी अपने सारे सियाल के दिनों ठंडे पानी में नाल दे सिखां नूं बहालना उन्हां दी साधना कराउणी। धर्म की पौड़ी ते चलना सौखा नहीं है। पौड़ी तो छड्डो तुसीं आ कोठे की पौड़ी चढ़ जाओ माड़े मोटे बंदे नूं साह उत्थे चढ़ जाता। ये तो धर्म की पौड़ी है। धर्म की पौड़ी ते चढ़न वास्ते पहला सुरी पौड़ा ही ये है तन धोए आछा बासन कीना। पहला शरीर की शुद्धि करनी है। वो तड़के उठ के स्नान कराना। ठंडे पानी जो नहीं नहावे जिन्हों ने ठंडा पानी गुरमुखो अज तक किसी ने गीजर लभ्या। सारे महात्मा ठंडे पानी नाल नहा के गुरबाणी पढ़ी है। और बड़ी औखी गल है। गुरु की प्राप्ति कोई सौखी नहीं। पौड़ियाँ चढ़ गए तो अमृत छक लिया तो गुरु नूं मिल गए। अज तो सौखा है कमें आ जा गुरु वाला बन ला अमृत छक ला। उन्होंने सीधा टिकट फड़ाता सचखंड का। जिहदा कोई डुपलीकेट टिकट होवे उत्थे जहाज ते चल मोड़ देंदे। कहंदे नहीं उहदे कानून अनुसार चल सही मैनिਆਂ के अनुसार जो गुरु ने बचन किया वो अनुसार चल। इस करके सतगुरु नानक देव महाराज बड़ी कृपा की है गुरसिखां ते धर्म की पौड़ी ते चलण वास्ते। सब तो पहला सतगुरु जी कहते लगन अगन का ताओ बनाया। लगन का अग दिती जाए थले जाके अग नूं माड़ा जिहा दुੱਧ नूं गर्म किया जाए। संत संग लै दही जमाया। संतां दी संगत नाल दही जम गया। दही तो जम गया फिर वो दही नूं भी मधाणी पाउणी पैंदी है। सिमर सिमर नाम बारंबार नानक जी का ये है आधार। फिर भी सौखा नहीं मक्खण आया। मधाणी पा के कई बार ज़्यादा गर्म हो जाता मक्खण विच रल जाता। सियाणी बीबी ठंडा पानी पा दिंदी दुੱਧ मक्खण निकल आउंदा। कई बार दुੱਧ दे विचों मक्खण खिलर जाता ठंडा ज़्यादा हो जाता बीबियां गर्म पानी पा दिंदियां फिर रल जाता। वो भी सियाणा पुरख मक्खण कढ़ेगा। ਤਾਂ सतगुरु जी कहता सतगुरु जी बाणी विच पवित्र बचन किया भाई गुर सागर रतनी भरपूरे अमृत संत। अमृत रूपी जिहड़ी चीज़ संतां ने चुगी आ नहीं दूरे परमेश्वर नाल ही रहा उन्हां दे।
संत की अवस्था दसी है गुरु ग्रंथ साहब जी के। मत कोई भुलेखा रहे, बड़े अज ज्ञानी बने फिरदे आ। वो कहते भी पहला संत नहीं सी, गुरु गोबिंद सिंह साहब जी तो पहला कोई संत नहीं सी, भाई सी। संत बाद विच आए है। वो गुरमुखो पंजवें पातशाह ने बचन लिखे है। सतयुग दे प्रहलाद होया, गुरु ग्रंथ साहब विच उन्होंने संत लिखिया, प्रहलाद संत की पैज राखी हर नाक्ष नखे बधारे। बड़े सत्कार तौहदे है गुरु ग्रंथ साहब जी के अंदर। ब्रह्म ज्ञानी है, गुरमुख है, गुरसिख है, साध है, संत है, भगत है। ये पढ़ाई है। गुरु ग्रंथ साहब विच कल्ले कल्ले का जिक्र किया भी यह पढ़ाई पढ़े तो वह भगत है, यह पढ़ाई पढ़ लवे तो संत है, यह पढ़ाई पढ़ लवे तो साध है, यह पढ़ाई पढ़ लवे तो गुरमुख है, यह पढ़ाई पढ़ लवे तो गुरसिख है। जिन्हें सास ग्रास ना बिसरै, हर नामा मनमंत, धन से ही नानका पूर्ण सोई संत। इन्हें सास ग्रास परमेश्वर नूं बसारते नहीं। शब्द जिहड़ा शब्द दे नाल परमेश्वर दे नाल हर वेले सवास सवास व्यर्था नहीं जाण दिंदे, उहनूं कहंदे वो पूर्ण संत का दर्जा है। सतगुरु जी कहंदे वो परमेश्वर है जिन्हां सास ग्रास ना बिसरै, हर सवास परमेश्वर नूं याद करदे है, वो है संत। उन्हां दे नेड़े परमेश्वर रहिंदा हर वेले। आम तौर पर तुसीं कई बारी सुनिया होना 108 कई संतां दे मोहरे लिखिया श्रीमान 108। संत बाबा ज्वाला सिंह जी की फोटो के मोहरे भी लिखिया, बहुत सारे संतां दे मोहरे लिखिया। कईयां नूं भुलेखा होना 108 का की मतलब है, कईयां नूं लिखिया 111। गुरमुखो 108 का मतलब है जिहड़ा सवास सवास सिमरन जिहदा चल गया। 108 मणके की माला है। माला गिणती वास्ते है भी किन्नी माला मैं फेर लईआं। वो क्योंकि गिणती करके पता लगता, नहीं तो पता नहीं लगता। वो थोड़ा चिर लावे, कहंदा बहुत समा लग गया। जिहदी गिणती निबड़ गई, जिहदा सिमरन चल गया, एक साध संगती गिणती खत्म हो गई, उन्होंने कहते 108। गुरमुख रोम रोम हर ध्यावै, गुरमुख सगली गणत मिटावै। वो गुरमुख जिहड़ा है उसकी गिणती खत्म हो गई, वो 108 है। वो 108 माला फिर उन्होंने चक्कण की जरूरत नहीं है। एक है 111। 111 का मतलब है जिहड़ा गुरु कामल होवे, सिख आमल होवे। जे गुरु के अनुसार सिख दी ਉਹਦੇ बचना ते चलदा है, सेध गुरु नाल सिख दी है, तो तीजी जिहड़ी चीज़ है, जदों कदी लाइनमेंट कढ़दे है ना मिस्त्री, वो दो चीज़ां लैंदे है, तीजी आपे प्रगट हो जाती है। सिख तो गुरु की सेध हो जाए, परमेश्वर प्रगट हो जाता है। गुरु कामल, सिख आमल ते रब शामल। जदों तिन्ने एको सेध विच हो गए तो 111 हो गए। एक 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 गुरु कामल है, सिख आमल है, तो रब सामने शामल खड़ा। अमृत संत चुगे नहीं दूरे, हर रस चोग चुगे प्रप आवे। हरि परमेश्वर के रस नूं उही चुगदा जिहड़े परमेश्वर नूं पाउंदे है। वो गुरु रामदास महाराज ने पुछो किहड़े पाउंदे है। गुरु रामदास महाराज ने दस्सिया जिहड़ा सिख गुरु नूं चंगा लगदा उहदियां निशानियां दसियां ने। तुसीं भी सारे गुरसिख बैठे हो, अपने अंदर निगाह मारियो। जिहड़ा गुरु साहब ने दस्सिया भी जिहड़ा मैनूं पाउंदा उहदी निशानी ये है। सो सिख सखा बंध पै, एक तो सतगुरु जी ने ये बचन लिखिया, सो सिख सखा बंध पै भाई जे गुर के भाणे बिच आवे। गुरु का सखा तो वह है। गुरु रामदास महाराज ने एक बचन लिखिया, गुर सतगुर का जो सिख आखाए, सो पढ़ के उठ हरनाम ते आवे। उद्यम करे पलके प्रभाती, स्नान करे अमृत सरन आवे। उपदेश गुरु हर हर जप जापै, सब किलविख पाप दोख लै जावै। फिर चढ़े दिवस गुरबाणी गावै, बहदियाँ उठदियाँ हर नाम ते आवे। जो सास ग्रास ध्याए मेरा हर हर, सो गुर सिख गुरु मन भावै। वो गुरु नूं चंगा लगदा जिहदे विच इन्ने गुण होण। जिसनूं दयाल होए मेरा स्वामी, तिस गुर सिख गुरु उपदेश सुणावै। जे ते परमेश्वर इन्नियां गल्लां ते दयाल हुंदा है, उहनूं फिर गुरु उपदेश सुणाउंदा है। जिहड़ा उपदेश गुरु नानक देव महाराज ने गुरु अंगद देव महाराज नूं सुणाया। जिन को भये दयाल तिन साधु संग पया। जिन्हां ते परमेश्वर दयाल होया उसकी निशानी है, उन्होंने साधु मिल गया, वो रब का प्यारा मेल दिता उन्हें। अमृत हर का नाम तिनी जनी जप लिया, खोजे कोट असंख बहुत अनंत के, जिस बजाए आप नेड़ा तिस है। बिसर नाही दतार अपना नाम देहो, गुण गावा दिन रात नानक चाहो हो। भाई गुरमुखो बहुता लम्मा अष्टपदी है, बहुत ही लम्मी विचार नहीं होनी। हर रस चोग चुगे प्रभ भावै, सरबर में हंस प्राण पत पावै। सरोवरां ते हंस ही बहिंदे है। बंगले जिहड़े बंगले
ਸਰਵਰ ਸਰਵਰ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾਂ ਪਾਲਣ ਜਾਵੇ। ਜਿੱਥੇ ਕਿਤੇ ਸਾਧ ਸੰਗਤ ਦੀ ਮੋਤੀ ਖਿਲਾਰਦੇ ਹੋ ਹੰਸ ਉੱਥੇ ਬਹਿੰਦੇ ਆ। ਮਾਨ ਸਰੋਵਰ 'ਤੇ ਹੰਸ ਰਹਿੰਦੇ ਆ। ਜਿਹੜਾ ਬੰਗਲਾ ਹੈ ਉਹ ਛੱਪਣਾ ਛੁੱਪਣਾ 'ਤੇ ਬਹਿ ਜਾਂਦੇ ਆ। ਰੰਗ ਦੋਹਾਂ ਦਾ ਚਿੱਟਾ ਹੀ ਹੈ, ਪਰ ਚਿੱਟੇ ਦੀ ਨਿਸ਼ਾਨੀ ਜਿਹੜੇ ਸਰੋਵਰਾਂ 'ਤੇ ਰਹਿੰਦੇ, ਮਾਨ ਸਰੋਵਰ 'ਤੇ ਰਹਿੰਦੇ ਆ, ਉੱਥੇ ਉਹਨਾਂ ਦਾ ਖਾਣਾ ਉੱਥੇ ਹੈ। ਜਿਹੜਾ ਸਰੋਵਰਾਂ 'ਤੇ ਬੰਗਲੇ ਨਹੀਂ ਜਾਂਦੇ, ਕਿਉਂਕਿ ਇਹਨਾਂ ਦਾ ਖਾਣਾ ਡੱਡੀਆਂ ਮੱਛੀਆਂ, ਇਹ ਛੋਟੀਆਂ ਛੋਟੀਆਂ ਛੱਪੜੀਆਂ 'ਤੇ ਬਹਿ ਜਾਂਦੇ ਆ। ਸਰਵਰ ਮੈਂ ਹੰਸ ਪ੍ਰਾਨ ਪਤ ਪਾ ਕਿਆ ਬਗ ਬੱਪੜਾ ਛੱਪੜੀ ਨਾ ਆਏ, ਕੀਚੜ ਡੁੱਬੇ ਮੈਲ ਨਾ ਜਾਏ। ਬੰਗਲਾ ਉਹਨੂੰ ਕਿਹਾ ਜਿਹੜਾ ਗੁਰੂ ਦੇ ਕਹੇ ਮੁਤਾਬਕ ਨਹੀਂ ਚੱਲਦਾ। ਕੱਪੜੇ ਗੁਰੂ ਵਾਲੇ ਪਾਏ ਆ, ਬਾਣਾ ਗੁਰੂ ਵਾਲਾ ਪਾਇਆ, ਗੁਰੂ ਦੇ ਕਹੇ ਮੁਤਾਬਕ ਚੱਲਦਾ ਨਹੀਂ ਹੈ। ਸਰੀਰ ਹੰਸਾਂ ਵਰਗਾ ਹੈ, ਬੰਗਲੇ ਦਾ ਤਾਂ ਇੱਕੋ ਜਿਹਾ ਹੀ ਹੈ। ਉਹਦਾ ਖਾਣਾ ਵੀ ਨਹੀਂ ਰਲਦਾ ਅਤੇ ਉਹਦਾ ਕਰਮ ਵੀ ਨਹੀਂ ਰਲਦਾ। ਜਿਹਦਾ ਸਰੀਰ ਗੁਰੂ ਦੇ ਵਰਗਾ ਬਾਣਾ ਪਾ ਲਿਆ, ਗੁਰੂ ਵਾਲੇ ਸਾਰੇ ਕਾਨੂੰਨ ਤੇ ਕਾਇਦੇ ਆਪਣੇ ਦਿਖਾਲ ਦਿੱਤੇ, ਅੰਦਰ ਉਹਦੇ ਉਹ ਗੱਲ ਨਾ ਹੋਵੇ, ਉਹਨੂੰ ਕਹਿੰਦੇ ਬੰਗਲਾ। ਕਹਿੰਦੇ ਬੰਗਲਾ ਹੈ ਇਹ, ਉਹਦਾ ਹੰਸਾਂ ਵਰਗਾ ਰੂਪ ਹੈ ਉਹਦਾ। ਹੰਸਾਂ ਵਾਲਾ ਕਰਮ ਨਹੀਂ ਹੈ। ਪਾਲਣ ਜਾਵੇ। ਬੰਗਲੇ ਨੇ ਡੱਡੀਆਂ ਮੱਛੀਆਂ ਖਾਣੀਆਂ ਅਤੇ ਉਹਨੇ ਹੀਰਾ ਸਾਧ ਸੰਗਤ ਜੀ ਇੰਨਾ ਸਖਤ ਹੁੰਦਾ। ਤੁਸੀਂ ਐਰਨ ਦੇ ਉੱਤੇ ਹੀਰਾ ਰੱਖ ਕੇ 10 ਕਿਲੋ ਦਾ ਕਣ ਮਾਰ ਦਿਓ, ਹੀਰਾ ਜਾਂ ਤਾਂ ਐਰਨ ਵਿੱਚ ਖੁੱਭ ਜਾਊਗਾ ਜਾਂ ਫਿਰ ਕਣ ਵਿੱਚ ਖੁੱਭ ਜਾਊਗਾ। ਇੰਨਾ ਸਖਤ ਹੀਰਾ ਹੁੰਦਾ। ਉਹ ਹੀਰੇ ਨੂੰ ਉਹ ਹੰਸ ਚੁਗਦਾ, ਐਡਾ ਮਿਹਦਾ ਉਹਦਾ ਸਖਤ ਹੈ। ਅਤੇ ਉਹ ਦੇਖ ਲਓ ਵੀ ਕਿੰਨੀ ਸਖਤ ਚੀਜ਼ ਨੂੰ ਪਚਾ ਜਾਂਦਾ। ਪਰ ਉਹਦੀ ਫਿਰ ਅਵਸਥਾ ਵੀ ਇੰਨੀ ਉੱਚੀ ਹੈ ਕਿ ਹੰਸ ਇੱਕ ਵਾਰੀ ਉੱਡਦਾ ਅਤੇ 500 ਕੋਹ ਦੀ ਉਡਾਰੀ ਹੈ ਉਹਦੀ। ਰਸਤੇ ਵਿੱਚ ਉਹ ਹੰਸ ਬਹਿੰਦਾ ਨਹੀਂ ਹੈ, ਕਿਉਂਕਿ ਅਵਸਥਾ ਉਹਦੀ ਜਿਹੜਾ ਖਾਣ ਪੀਣ ਉਹਦਾ ਇੱਦਾਂ ਦਾ ਹੈ ਅਤੇ ਉਹਦੀ ਉਡਾਰੀ ਵੀ ਲੰਬੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਹੰਸਾਂ ਨਾਲ ਟਟੀਰੀ ਕਿਉਂ ਪਹੁੰਚੇ ਦੌੜੀ, ਦਾਖੀ ਹੱਥ ਨਾ ਉੱਪੜੇ ਥੂ ਕੌੜੀ। ਆਮ ਦੁਨੀਆ ਹੰਸਾਂ ਦੀ ਰੀਸ ਕਰਦੀ ਹੈ। ਕਹਿੰਦੇ ਉਹਨਾਂ ਨਾਲ ਟਟੀਰੀ ਨੇ ਕੀ ਪਹੁੰਚਣਾ, 2 ਖੇਤਾਂ ਦੇ ਟਟੀਰੀ ਬਹਿ ਜਾਂਦੀ ਹੈ। ਹੰਸਾਂ ਨੇ 500 ਕੋਹ 'ਤੇ ਬਹਿਣਾ। ਹੰਸਾਂ ਦਾ ਖਾਣਾ ਜਿਹੜਾ ਬੰਗਲਿਆਂ ਨਾਲ ਰਲਦਾ ਨਹੀਂ ਹੈ। ਜਿਹੜਾ ਗੁਰੂ ਵਰਗਾ ਬਾਣਾ ਪਾ ਕੇ, ਗੁਰਮੁਖਾਂ ਵਾਲਾ ਬਾਣਾ ਪਾ ਕੇ ਗੁਰਮੁਖਾਂ ਵਾਲੇ ਗੁਣ ਨਾ ਹੋਣ, ਉਹਨੂੰ ਕਹਿੰਦੇ ਬੰਗਲਾ। ਕਿਆ ਬਗ ਬੱਪੜਾ ਛੱਪੜੀ ਨਾ ਆਏ, ਉਹਦਾ ਛੱਪੜੀਆਂ 'ਚ ਨਹਾਉਣ ਵਾਲੇ ਛੋਟੀਆਂ 'ਚ ਕੀਚੜ ਡੁੱਬੇ ਮੈਲ ਨਾ ਜਾਏ। ਉਹ ਰਹਿੰਦੇ ਚਿੱਕੜ ਵਿੱਚ ਹੈ। ਉਹਨਾਂ ਦੀ ਮੈਲ ਕਿੱਥੋਂ ਉਤਰਨੀ? ਹਰ ਵੇਲੇ ਤਾਂ ਮੈਲ ਉਹਨਾਂ ਦੇ ਹੱਥਾਂ ਪੈਰਾਂ ਕੱਪੜਿਆਂ 'ਤੇ ਲੱਗੀ, ਛੱਪੜ 'ਚ ਕਿੱਥੋਂ ਮੈਲ ਉਤਰਨੀ ਹੈ? ਸਾਫ਼ ਪਾਣੀ ਵਿੱਚ ਮੈਲ ਉਤਰਦੀ ਹੈ। ਬਹੁਤਾ ਸਮਾਂ ਨਹੀਂ ਲਾਉਣਾ, ਇੰਨਾ ਹੀ ਸਮਾਂ ਸਾਧ ਸੰਗਤ ਲੰਮਾ ਹੁਕਮਨਾਮਾ ਹੈ। ਬਾਬਾ ਅਵਤਾਰ ਸਿੰਘ ਜੀ, ਬਾਬਾ ਖੁਸ਼ਹਾਲ ਸਿੰਘ ਜੀ, ਉਹਨਾਂ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਹੈ। ਬਾਬਾ ਜੀ ਜਥੇਦਾਰ ਜੀ ਜਿੰਨੀ ਸੇਵਾ ਕੀਤੀ ਹੈ, ਉਨੀ ਸੇਵਾ ਕੋਈ ਕਰ ਨਹੀਂ ਸਕਦਾ। ਇਹ ਉਹ ਬਚਨ ਨੂੰ ਪਗਾ ਗਏ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਆਪ ਤਾਂ ਉਤਰ ਗਏ, ਸਾਡੇ ਵਾਸਤੇ ਪੂਰਨੇ ਪਾ ਗਏ। ਸੋ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਮਾਲਾ ਦੇ ਮਣਕੇ ਸਨ। ਉਹਨਾਂ ਦੀ ਮਾਲਾ ਦੇ ਮਣਕੇ ਬਾਬਾ ਸ਼ਾਦੀ ਸਿੰਘ, ਬਾਬਾ ਪ੍ਰੇਮ ਸਿੰਘ, ਬੜੇ ਬੜੇ ਮਹਾਂਪੁਰਸ਼, ਉਹਨਾਂ ਦੇ ਮਾਲਾ ਦੇ ਮਣਕੇ ਸਨ ਇਹ। ਸੋ ਸਾਧ ਸੰਗਤ ਜੀ ਉਹਨਾਂ ਦੀ ਯਾਦ ਮਨਾਈ ਹੈ। ਸਾਰਿਆਂ ਦਾ ਧੰਨਵਾਦ ਹੈ। ਬਚਨ ਕਰਦੇ ਹਾਂ ਸਤਿਗੁਰੂ ਜੀ ਕਿਰਪਾ ਕਰਨ। ਸਾਧ ਸੰਗਤ ਜੀ ਜਿੰਨੇ ਕੁ ਮਹਾਂਪੁਰਸ਼ਾਂ ਨੇ ਮਤ ਬੁੱਧੀ ਬਖਸ਼ੀ ਹੈ, ਉਹਦੇ ਅਨੁਸਾਰ ਮੈਂ ਤੁਹਾਡੇ ਨਾਲ ਬਚਨ ਕੀਤੇ ਹੈ। ਸਾਧ ਸੰਗਤ ਜੀ ਉਹਨਾਂ ਦੀ ਬਖਸ਼ਿਸ਼ ਹੈ ਮਹਾਂਪੁਰਸ਼ਾਂ ਦੀ, ਉਹਨਾਂ ਦੇ ਕਹੇ ਮੁਤਾਬਕ ਉਹਨਾਂ ਦੀ ਸੇਵਾ, ਜਿੰਨਾ ਕੁ ਸਮਾਂ ਉਹਨਾਂ ਨੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ ਬੇੜੀ ਸਿਰੇ 'ਤੇ ਲੱਗ ਜਾਵੇ, ਕੰਢੇ ਲੱਗ ਜਾਵੇ। ਸਮੁੰਦਰ ਵਿੱਚ ਬੇੜੀ ਹੈ, ਪਤਾ ਨਹੀਂ ਹਵਾ ਦਾ ਝੋਕਾ ਲੱਗਣਾ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੇ ਮਤ ਜਾਈ। ਕਿਰਪਾ ਕਰਨ ਮਹਾਂਪੁਰਸ਼, ਬੇੜੀ ਸਿਰੇ 'ਤੇ ਲੱਗ ਜਾਵੇ, ਸਵਾਸਾਂ ਨਾਲ ਉਹਨਾਂ ਦੀ ਸੇਵਾ ਨਿਭ ਜਾਵੇ। ਸਤਿਗੁਰੂ ਜੀ ਕਿਰਪਾ ਕਰਨ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।